ਜੋਬ ਲਈ ਤਾਂ ਉਹ ਇੱਥੇ ਆਹੀ ਕੰਸੀਡਰ ਕਰਦੇ ਆ ਕਿ ਸਾਨੂੰ ਇੱਥੇ ਦਾ ਐਕਸਪੀਰੀਅੰਸ ਚਾਹੀਦਾ ਐਜ਼ ਇਨ ਕੈਨੇਡਾ। ਵੀ ਦੀ ਮੈਨੂੰ ਤਾਂ ਇਹ ਫੀਲਿੰਗ ਆਉਂਦੀ ਹੈ ਵੀ ਮੈਂ ਚੰਡੀਗੜ੍ਹ 'ਚ ਆ ਗਈ। ਮੋਸਟਲੀ ਟਾਈਮ ਤਾਂ ਪੈਸੇ ਮਾਰਨ ਦੀ ਵੀ ਕੋਸ਼ਿਸ਼ ਕਰਦੇ, ਮਿਲਣਾ ਵੀ ਹੋਈ ਆ। ਫਸਟ ਜਿਹੜੀ ਜੌਬ ਸੀਗੀ ਸਿਆਂ ਦੇ ਮਤਲਬ ਬਾਰ-ਬਾਰ ਗੇੜੇ ਲਾਉਣੇ ਪੈਂਦੇ ਆ। ਸਰਵਾਈਵ ਤਾਂ ਇੱਥੇ ਦੇਖੋ ਜੀ, ਜੇ ਆਪਾਂ ਕੰਮ ਕਰਾਂਗੇ ਤਾਂ ਆਪਾਂ ਸਰਵਾਈਵ ਕਰਾਂਗੇ, ਅਦਰਵਾਈਜ਼ ਇੱਥੇ ਸਰਵਾਈਵਲ ਬੜਾ ਔਖਾ ਹੈ। ਤੇ ਦਿਲ ਨਹੀਂ ਲੱਗਦਾ, ਦਿਲ ਕਰਦਾ ਗਲਤੀ ਕਰਦੀ ਹੈ ਇੱਥੇ ਆ ਕੇ ਮੈਂ। ਧੱਕੇ ਖਾ ਕੇ ਪਹਿਲਾਂ ਤਾਂ ਟਰਾਂਸਪੋਰਟੇਸ਼ਨ ਦਾ ਸਮਝ ਨਹੀਂ ਆਉਂਦੀ। ਜਿਹੜਾ ਕੁਇਕ ਮਨੀ ਹੈ ਉਹ ਤਾਂ ਟਰੈਕਿੰਗ ਵਿੱਚ ਹੀ ਹੈ। ਸਟਰਗਲ ਲਾਈਫ ਹੈ ਇੱਥੇ, ਸਟੂਡੈਂਟਸ ਦੀ ਸਟਰਗਲ ਹੀ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਵਿੱਚ ਜੌਬਸ ਦੇ ਬਾਰੇ ਵਿੱਚ। ਸੋ ਜਿਵੇਂ ਕਿ ਹਮੇਸ਼ਾ ਅਸੀਂ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਜੋ ਦੇਖਣਾ ਚਾਹੁੰਦੇ ਹੋ ਸਾਨੂੰ ਉਸ ਦੇ ਬਾਰੇ ਵਿੱਚ ਕਮੈਂਟਸ ਵਿੱਚ ਲਿਖੋ ਜ਼ਰੂਰ, ਤਾਂ ਕਿ ਅਸੀਂ ਕੋਸ਼ਿਸ਼ ਕਰੀਏ ਕਿ ਨੈਕਸਟ ਐਪੀਸੋਡ ਦੇ ਵਿੱਚ ਅਸੀਂ ਉਹ ਚੀਜ਼ ਤੁਹਾਡੇ ਰੂਬਰੂ ਕਰ ਸਕੀਏ। ਸੋ ਸਾਨੂੰ ਕਾਫੀ ਕਮੈਂਟਸ ਆ ਰਹੇ ਸੀਗੇ ਕਿ ਕੈਨੇਡਾ ਵਿੱਚ ਜੌਬ ਓਪਰਚੁਨਿਟੀਜ਼ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਸਟੂਡੈਂਟਸ ਤੋਂ ਲੈ ਕੇ PR ਹੋਲਡਰਸ ਤੱਕ ਇੱਥੇ ਜੌਬਸ ਨੂੰ ਲੈ ਕੇ ਕੀ ਓਪਰਚੁਨਿਟੀਜ਼ ਹੈਗੀਆਂ ਨੇ, ਕੀ ਸਟਰਗਲ ਹੈਗਾ, ਪਹਿਲੀ ਵਾਰ ਆਏ ਹਾਂ ਤੇ ਜੌਬ ਕਿੰਨੀ ਕੁ ਜਲਦੀ ਮਿਲ ਜਾਂਦੀ ਹੈ ਜਾਂ ਕਿੰਨਾ ਕੁ ਟਾਈਮ ਲੱਗਦਾ ਜੌਬ ਮਿਲਣ ਨੂੰ ਲੈ ਕੇ, ਜਾਂ ਫਿਰ ਕਿਹੜੀਆਂ ਹਾਈਲੀ ਪੇਡ ਜੌਬਸ ਇੱਥੇ ਹੋ ਸਕਦੀਆਂ ਨੇ। ਖਾਸ ਤੌਰ ਤੇ ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਆ ਕੇ ਇੱਥੇ ਸਭ ਤੋਂ ਪਹਿਲਾਂ ਕਿਹੜੀ ਜੌਬ ਕਰਨਾ ਪਸੰਦ ਕਰਦੇ ਨੇ, ਕੀ ਤੁਹਾਨੂੰ ਤੁਹਾਡੀ ਸਟੱਡੀ ਦੇ ਰੈਲੀਵੈਂਟ ਜੌਬ ਮਿਲ ਜਾਂਦੀ ਹੈ ਜਾਂ ਨਹੀਂ ਮਿਲਦੀ ਹੈ, ਜਿਹੇ ਬਹੁਤ ਸਾਰੇ ਸਵਾਲ ਨੇ। ਸੋ ਅੱਜ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਲਾਈਫ ਇਨ ਕੈਨੇਡਾ ਵਿੱਚ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਮਨਪ੍ਰੀਤ, ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ? ਮੈਨੂੰ ਆਲਮੋਸਟ 2 ਸਾਲ ਹੋਣ ਵਾਲੇ ਆ। ਬੇਸਿਕਲੀ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ? ਪੰਜਾਬ ਤੋਂ। ਪੰਜਾਬ ਤੋਂ। ਤੇ ਪੰਜਾਬ ਤੋਂ ਇੱਥੋਂ ਦਾ ਮਾਹੌਲ ਕਿੰਨਾ ਕੁ ਫਰਕ ਲੱਗਿਆ, ਕਿਉਂਕਿ ਬ੍ਰੈਂਪਟਨ ਤਾਂ ਮੋਸਟਲੀ ਪੰਜਾਬੀ ਹੈ। ਨਹੀਂ, ਆਲਮੋਸਟ ਸੇਮ ਹੀ ਹੈ, ਬਟ ਇੱਥੇ ਟਾਈਮ ਨਹੀਂ ਹੈਗਾ ਕਿਸੇ ਕੋਲ ਵੀ ਇੰਨਾ, ਤੇ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਜ਼ਿਆਦਾ, ਮਤਲਬ ਇੱਕ ਦੂਏ ਕੋਲ ਇੰਨਾ ਟਾਈਮ ਨਹੀਂ ਵੀ ਕਿਸੇ ਕੋਲ ਜਾ ਕੇ ਹੈ ਨਾ ਕੁਝ ਬਹਿ ਜਾਈਏ ਜਾਂ ਕੱਢ ਜਾਈਏ। ਵੈਸੇ ਠੀਕ ਹੈ ਮਾਹੌਲ ਤਾਂ। ਆਪਾਂ ਨੂੰ ਬ੍ਰੈਂਪਟਨ ਜੇ ਆਪਾਂ ਦੇਖੀਏ, ਆਪਾਂ ਨੂੰ ਖਾਣ ਪੀਣ ਦੀ ਸਹੂਲਤ ਸਹੀ ਹੈ, ਕਿਉਂਕਿ ਆਪਾਂ ਨੂੰ ਰਾਤ ਤੱਕ ਰੈਸਟੋਰੈਂਟ ਖੁੱਲ੍ਹੇ ਮਿਲ ਜਾਂਦੇ ਆ। ਤੇ ਇਹੀ ਜੇ ਆਪਾਂ ਕਿਤੇ ਬਾਹਰ ਜਾਂਦੇ ਹਾਂ ਇੱਥੋਂ ਤੇ ਉਹ ਦਿੱਕਤ ਆਉਂਦੀ ਹੈ। ਮਨਪ੍ਰੀਤ, ਤੁਸੀਂ ਇੱਥੇ ਐਜ਼ ਐਨ ਪੀਰ, ਤੁਸੀਂ ਦੱਸਿਆ PR ਹੀ ਆਏ ਹੋ, ਤੇ ਜੌਬ ਨੂੰ ਲੈ ਕੇ ਸਟਰਗਲ ਵਗੈਰਾ ਕਰਨਾ ਪਿਆ? ਉਹ ਤਾਂ ਜੀ ਸਟਾਰਟਿੰਗ 'ਚ ਕਰਨਾ ਹੀ ਪੈਂਦਾ ਹੈ, ਕਿਉਂ ਮੈਂ ਆਉਂਦੇ ਸਾਰ ਜਿੱਦਾਂ ਮੈਂ G ਲਾਇਸੈਂਸ ਲਿਆ ਸੀ, ਮੇਰੇ ਕੋਲ ਐਕਸਪੀਰੀਅੰਸ ਸੀਗਾ ਹੈ ਨਾ ਬੈਕ ਕੰਟਰੀ ਤੇ, ਬਟ ਜੌਬ ਲਈ ਤਾਂ ਉਹ ਇੱਥੇ ਆਹੀ ਕੰਸੀਡਰ ਕਰਦੇ ਆ ਕਿ ਸਾਨੂੰ ਇੱਥੇ ਦਾ ਐਕਸਪੀਰੀਅੰਸ ਚਾਹੀਦਾ ਐਜ਼ ਇਨ ਕੈਨੇਡਾ। ਤੇ ਮੈਂ ਹੁਣ ਉਹਨਾਂ ਮੇਰੇ ਕੋਲ ਤਾਂ ਆਹੀ ਹੁੰਦਾ ਸੀ ਕਿ ਮੈਂ ਪਿੱਛੇ ਕੰਮ ਕਰਕੇ ਆਇਆ ਹੈ ਨਾ, ਤੇ ਬਟ ਮੇਰੇ ਕੋਲ ਇੱਥੇ ਹੁਣ ਐਕਸਪੀਰੀਅੰਸ ਤਾਂ ਮੈਨੂੰ ਤਾਂ ਹੀ ਮਿਲੂਗਾ ਜੇ ਮੈਂ ਇੱਥੇ ਕੰਮ ਸਟਾਰਟ ਕਰੂੰਗਾ, ਤੁਸੀਂ ਮੈਨੂੰ ਕੰਮ ਦਊਂਗੇ। ਤੇ ਦਿੱਕਤਾਂ ਤਾਂ ਆਈਆਂ, ਜਿਹੜੀ ਮੈਂ ਵੀ 3-4 ਮਹੀਨੇ ਇੱਦਾਂ ਹੀ, ਮੈਂ ਪਹਿਲਾਂ ਊਬਰ ਚਲਾਈ ਇੱਥੇ ਆ ਕੇ 1 ਸਾਲ 1.5 ਸਾਲ ਹੈ ਨਾ, ਕਿ ਮੇਰੀ ਸਿਸਟਰ ਕੋਲ ਕਾਰ ਸੀਗੀ ਤੇ ਮੇਰੇ ਕੋਲ G ਲਾਇਸੈਂਸ ਸੀ ਤੇ ਮੈਂ ਊਬਰ ਚਲਾਉਣ ਲੱਗ ਗਿਆ। ਮੈਨੂੰ ਇੰਨਾ ਕੁ ਬੈਨੀਫਿਟ ਸੀਗਾ ਕਿ ਮੈਂ ਆਉਂਦੇ ਕੰਮ ਮੈਨੂੰ ਮਿਲ ਗਿਆ ਸੀ। ਰੈਫਰੈਂਸ ਵੀ ਉਰੇ ਕਾਫੀ ਮੈਟਰ ਕਰਦੀ ਹੈ। ਰੈਫਰੈਂਸ ਹੀ ਮੈਟਰ ਕਰਦੀ ਹੈ ਇੱਥੇ, ਬਿਨਾਂ ਰੈਫਰੈਂਸ ਤੇ ਕੋਈ ਕੰਮ ਨਹੀਂ ਮਿਲਦਾ ਜੀ। ਕਿਉਂ ਇੱਥੇ ਅਸੀਂ ਦੇਖਿਆ ਵੀ ਹੈ ਨਾ, ਮੈਂ ਵੀ ਆਉਂਦੇ ਸਾਰ ਰਜਿਸਟ੍ਰੇਸ਼ਨ ਤਾਂ ਆਪਾਂ ਹਰੇਕ ਜਿਵੇਂ ਰਜਿਸਟਰ ਕਰਕੇ ਆਉਂਦੇ ਹਾਂ ਨਾ, ਤੇ ਉਹ ਵੀ ਕਹਿ ਦਿੰਦੇ ਆ ਕਿ ਕੋਈ ਨਹੀਂ ਕਾਲ ਕਰਾਂਗੇ, ਤੇ ਕਾਲ ਦੀ ਵੇਟ ਕਰੀ ਜਾਂਦੇ ਹੁੰਦੇ ਆ। ਫਿਰ ਹੁਣ ਵੀ ਵੈਸੇ ਮੇਰੇ ਬਹੁਤ ਕਲੀਗ ਇੱਦਾਂ ਆ ਨਾ ਜਿਹੜੇ ਸਟੂਡੈਂਟ ਆਏ ਆ, ਤੇ ਉਹ ਵੀ ਕਹਿੰਦੇ ਰਹਿੰਦੇ ਆ ਕੰਮ ਹੈ ਨਾ ਵੀ ਜਿੱਥੇ ਤੁਸੀਂ ਲੱਗੇ ਹੋਏ ਹੋ, ਜੇ ਅਸੀਂ ਵੀ ਰੈਫਰੈਂਸ ਪਾਉਂਦੇ ਆ ਤਾਂ ਉਹ ਬਾਅਦ 'ਚ ਕਹਿ ਦਿੰਦੇ ਆ। ਮੋਸਟਲੀ ਟਰੈਕਿੰਗ ਤਾਂ ਆਏ ਆ, ਉਹ ਕਹਿੰਦੇ ਸਾਨੂੰ ਇੰਸ਼ੋਰੈਂਸ ਸਾਡੀ ਅਲਾਉ ਨਹੀਂ ਕਰ ਰਹੀ, ਕਿਉਂਕਿ ਲਾਇਸੈਂਸ ਨਵਾਂ ਆਇਆ ਹੈ ਨਾ। ਤੇ ਉਹੀ ਚੀਜ਼ ਹੈ, ਜੇ ਇੰਸ਼ੋਰੈਂਸ ਅਲਾਉ ਨਹੀਂ ਕਰ ਰਹੀ ਤਾਂ ਅਸੀਂ ਕੰਮ ਕਿੱਦਾਂ ਕਰੂੰਗੇ, ਜੇ ਕੰਮ ਨਹੀਂ ਕਰੂਗੇ ਤਾਂ ਉਹਦਾ ਐਕਸਪੀਰੀਅੰਸ ਕਿੱਦਾਂ ਬਣੂਗਾ। ਹਾਈਲੀ ਪੇਡ ਜੌਬਸ ਦੀ ਗੱਲ ਕਰੀਏ ਤਾਂ ਕੈਨੇਡਾ 'ਚ ਇਸ ਵਕਤ ਕਿਹੜੀਆਂ ਜੌਬਸ ਤੁਹਾਨੂੰ ਲੱਗਦਾ ਕਿ ਆਪਣੀ ਕਮਿਊਨਿਟੀ ਜ਼ਿਆਦਾ ਕਰਨਾ ਪਸੰਦ ਕਰਦੀਆਂ ਨੇ, ਕਿਉਂਕਿ ਮੇਨ ਮੋਟਿਵ ਇੱਥੇ ਸਭ ਦਾ ਪੈਸੇ ਕਮਾਉਣਾ ਹੈ? ਹਾਂਜੀ, ਮੋਸਟਲੀ ਤਾਂ ਦੇਖੋ ਜਿਹੜਾ ਕੁਇਕ ਮਨੀ ਹੈ ਉਹ ਤਾਂ ਟਰੈਕਿੰਗ ਵਿੱਚ ਹੀ ਹੈ, ਕਿ ਹਰੇਕ ਬੰਦਾ ਆਹੀ ਕਹਿੰਦਾ ਵੀ ਅਸੀਂ ਲਾਇਸੈਂਸ ਅਪਲਾਈ ਕਰੀਏ ਇੱਥੇ ਆ ਕੇ ਤੇ ਟਰੈਕਿੰਗ ਵੱਲ ਹੋ ਲਈਏ। ਉਹਦੇ ਵਿੱਚ ਬੰਦਾ PR ਵੀ ਲੈ ਲੈਂਦਾ ਹੈ ਨਾ, ਤੇ ਉਹਦੇ ਵਿੱਚ ਵੀ ਬਹੁਤ ਕੁਛ ਹੈ। ਮਤਲਬ ਕਈ ਬੰਦੇ LMA ਲੈ ਕੇ ਫਸ ਜਾਂਦੇ ਉਹਨਾਂ ਕੋਲ, ਕਿ ਉਹਨਾਂ ਕੋਲੇ ਬੌਂਡ ਹੋ ਜਾਂਦੇ ਉਹ, ਤੇ ਫਿਰ PNP ਲਈ ਜਿਹੜੇ +2 ਦੇ ਬਾਅਦ ਉਹਨਾਂ ਨੂੰ PNP ਦੀ ਲੋੜ ਪੈਂਦੀ ਹੈ ਨਾ ਜੀ। ਤੇ ਉਹਦੇ ਵਿੱਚ ਵੀ ਬਹੁਤ ਕੁਛ ਹੈ, ਤੇ ਬੰਦਾ ਮਤਲਬ ਪੈਸੇ ਦੇ ਕੇ ਫਸ ਜਾਂਦਾ ਆ ਉਹਨਾਂ ਕੋਲ, ਫਿਰ ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਜੀ। ਐਮਪਲੋਇਰਸ ਦੇ ਵੱਲੋਂ ਐਕਸਪਲੋਇਟੇਸ਼ਨ ਦੇ ਮੈਟਰਸ ਵੀ ਕਈ ਸਾਹਮਣੇ ਆਉਂਦੇ ਨੇ, ਤੁਹਾਡੇ ਨਾਲ ਕੋਈ ਐਵੇਂ ਦਾ ਐਕਸਪੀਰੀਅੰਸ ਤਾਂ ਨਹੀਂ ਹੋਇਆ? ਨਹੀਂ, ਫਿਲਹਾਲ ਤਾਂ ਸਭ ਕੁਝ ਸਹੀ ਚੱਲ ਰਿਹਾ, ਬਟ ਇੱਥੇ ਅਪ ਐਂਡ ਡਾਊਨ ਚੱਲਦੇ ਰਹਿੰਦੇ ਹੈ ਨਾ ਜੀ, ਕਿਉਂਕਿ ਕਈ ਵਾਰ ਬੰਦੇ ਨੂੰ ਫਾਈਨ ਉੱਦਾਂ ਦੇ ਆ ਜਾਂਦੇ, ਕਈ ਵਾਰ ਮਤਲਬ ਬੰਦੇ ਨੂੰ ਪੁਸ਼ ਕਰਦੇ ਆ ਉਹ ਕੰਮ ਕਰਨ ਲਈ ਕਿ ਆ ਤੁਹਾਨੂੰ ਕਰਨਾ ਹੀ ਪੈਣਾ ਹੈ, ਈਵਨ ਤੁਹਾਡੀ ਬੁੱਕ ਅਲਾਉ ਕਰੇ ਨਾ ਕਰੇ, ਆਊਟ ਆਫ ਦਾ ਵੇ ਜਾ ਕੇ ਕੰਮ ਕਰਨੇ ਪੈਂਦੇ ਆ। ਤਾਂ ਠੀਕ ਹੈ, ਇੱਥੇ ਅਪ ਐਂਡ ਡਾਊਨ ਚੱਲਦੇ ਰਹਿੰਦੇ ਆ। ਬਹੁਤ ਵਾਰ ਸਾਡੇ ਵੱਲੋਂ ਵੀ ਆਹ ਕੁਝ ਹੁੰਦਾ ਕਿ ਅਸੀਂ ਵੀ ਕਰ ਦਈਏ ਨਾ, ਸਾਨੂੰ ਵੀ ਆਉਂਦਾ ਸਾਡੇ ਵੀ 4 ਪੈਸੇ ਵੱਧ ਬਣ ਜਾਣਗੇ,
EMPLOYER ਨੂੰ ਐ ਹੁੰਦਾ ਵੀ ਹਾਂ ਬੰਦਾ ਸਾਡੇ ਕੋਲ ਕੰਮ ਕਰ ਰਿਹਾ, ਉਹ ਸਾਨੂੰ ਐਸ ਗਰੰਟਡ ਲੈਣ ਲੱਗ ਜਾਂਦੇ ਆ ਵੀ ਕਰਨਾ ਹੀ ਪੈਣਾ। ਬਿਲਕੁਲ। ਲਾਸਟ ਕੁਐਸਚਨ ਜੇ ਮੈਂ ਪੁੱਛਾਂ, ਲਾਈਫ ਇਨ ਕੈਨੇਡਾ ਕਿਵੇਂ ਦੀ ਆ? ਸਰਵਾਈਵ ਕਰਨਾ ਇੱਥੇ ਕਿਵੇਂ ਆ? ਸੌਖਾ ਜਾਂ ਔਖਾ? ਸਰਵਾਈਵ ਤਾਂ ਇੱਥੇ ਦੇਖੋ ਜੀ, ਜੇ ਆਪਾਂ ਕੰਮ ਕਰਾਂਗੇ ਤਾਂ ਆਪਾਂ ਸਰਵਾਈਵ ਕਰਾਂਗੇ, ਅਦਰਵਾਈਜ਼ ਇੱਥੇ ਸਰਵਾਈਵਲ ਬੜਾ ਔਖਾ ਹੈ। ਤੇ ਬਾਅਦ 'ਚ ਕੁਝ ਬੰਦਾ ਵੀ ਇਦਾਂ ਦਾ ਹੋ ਜਾਂਦਾ ਹੈ ਨਾ, ਉਹ ਵਿਹਲਾ ਨਹੀਂ ਰਹਿ ਸਕਦਾ। ਜੇ ਇੱਥੇ ਤੋਂ ਆਪਾਂ ਇੰਡੀਆ ਵੀ ਜਾਂਦੇ ਹਾਂ ਨਾ, ਉੱਥੇ ਆਪਾਂ 1-1.5 ਮਹੀਨਾ ਹੀ ਰਹਿ ਸਕਦੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਐ ਹੁੰਦਾ ਵੀ ਵਾਪਸ ਚੱਲੀਏ, ਕੰਮ ਕਰੀਏ। ਸਿੰਗਲ ਪਰਸਨ ਲਈ ਸਰਵਾਈਵ ਕਰਨਾ ਜ਼ਿਆਦਾ ਔਖਾ ਜਾਂ ਫੈਮਿਲੀ ਨਾਲ ਥੋੜਾ ਸੌਖਾ ਹੋ ਜਾਂਦਾ ਆ? ਅਸੀਂ ਤਾਂ ਅਜੇ ਤੱਕ ਸਿੰਗਲ ਹੈ ਜੀ, ਸਾਨੂੰ ਫੈਮਿਲੀ ਬਾਰੇ ਪਤਾ ਨਹੀਂ। ਬਟ ਹਾਂ, ਫੈਮਿਲੀ ਵਿੱਚ ਵੀ ਜਿਨ੍ਹਾਂ ਨੂੰ ਦੇਖੀਦਾ ਹੈ ਨਾ, ਸਾਡੇ ਨਾਲ ਰਹਿੰਦੇ ਆ ਬੰਦੇ ਜਿਹੜੇ ਵੀ, ਉਹ ਵੀ ਕਹਿੰਦੇ ਆ ਵੀ ਹਾਂ ਸਾਰਿਆਂ ਨੂੰ ਇਹ ਕੰਮ ਕਰਨਾ ਪੈਣਾ ਇੱਥੇ। ਤਾਂ ਈਵਨ ਜੇ ਆਪਾਂ ਇੰਡੀਆ ਤੋਂ ਵੀ ਆਪਣੇ ਪੇਰੈਂਟਸ ਬੁਲਾਉਂਦੇ ਆ, ਆਪਾਂ ਕੁਝ ਦਿਨਾਂ ਤੱਕ ਉਹਨਾਂ ਦਾ ਖਰਚਾ ਚੱਕ ਲੈਂਦੇ ਆ, ਹੈ ਨਾ। ਜਾਂ ਬੰਦਾ ਫਿਰ ਜੇ ਆਪਾਂ ਕਿਸੇ ਨਾਲ ਸ਼ੇਅਰਿੰਗ 'ਚ ਰਹਿ ਰਹੇ ਆ, ਉਹ ਕੁਝ ਦਿਨ ਆਪਾਂ ਨੂੰ ਦੇਖ ਲੈਣਗੇ ਵੀ ਕੋਈ ਨਹੀਂ, ਹੈ ਨਾ, ਫਿਰ ਪੇਰੈਂਟਸ ਆਏ ਆ, ਪਰ ਬਾਅਦ 'ਚ ਫਿਰ ਉਹ ਵੀ ਕਹਿਣ ਲੱਗ ਜਾਂਦੇ ਆ ਕਿ ਯਾਰ ਸ਼ੇਅਰ ਕਰੋ, ਹੈ ਨਾ, ਸਾਰਾ ਕੁਝ ਜਿਵੇਂ ਸਾਰਿਆਂ ਨੂੰ ਪੈਂਦਾ। ਕੁੜੀਆਂ ਤਾਂ ਸੋਚਦੀਆਂ ਨੇ ਜਦੋਂ ਮੁੰਡਿਆਂ ਨੂੰ ਪਸੰਦ ਕਰਨਾ ਹੁੰਦਾ ਕਿ ਵੈਲ ਸੈਟਲਡ ਹੋਵੇ, ਘਰ-ਬਾਰ ਹੋਵੇ, ਹੈ ਨਾ, ਵੀ ਸਾਨੂੰ ਮੌਰਗੇਜਸ ਵਗੈਰਾ ਨਾ ਦੇਣੀਆਂ ਪੈਣ। ਮੁੰਡੇ ਕੀ ਸੋਚਦੇ ਆ ਜਦੋਂ ਕੋਈ ਜੀਵਨ ਸਾਥੀ ਆਪਦਾ ਸਿਲੈਕਟ ਕਰਦੇ? ਖਾਸ ਤੌਰ ਤੇ ਕੈਨੇਡਾ ਵਿੱਚ ਆ ਕੇ ਕਿਵੇਂ ਦੀ ਸੋਚ ਚੇਂਜ ਹੋ ਜਾਂਦੀ ਹੈ? ਇਹਦਾ ਬਹੁਤ ਕੰਪਲਿਕੇਟਡ ਕੁਐਸਚਨ ਹੈ, ਇਹਦਾ ਕੋਈ ਸਹੀ ਜਵਾਬ ਤਾਂ ਹੈ ਨਹੀਂ। ਹਰੇਕ ਬੰਦੇ ਦੀ ਆਪ ਦੀ ਸੋਚ ਹੈ ਇਹਦੇ ਬਾਰੇ। ਤੇ ਹਾਂਜੀ, ਮੁੰਡਾ ਓਬਵੀਅਸਲੀ ਚਾਹੂਗਾ ਆਪਣਾ ਵੀ ਪਾਰਟਨਰ ਹੁਣ ਇੱਕ ਸਰਟਨ ਏਜ ਤੱਕ ਜੋ ਆਪਾਂ ਕੰਮ ਕਰ ਲੈਣਾ, ਇਹ ਬੰਦਾ ਥੋੜਾ ਜਿਹਾ ਏਜਡ ਵੀ ਹੋ ਜਾਂਦਾ। ਐਂ ਤਾਂ ਹੈ ਨਹੀਂ ਵੀ ਆਪਾਂ 21-22 ਸਾਲਾਂ 'ਚ ਸਾਰਾ ਕੁਝ ਅਚੀਵ ਕਰ ਲਾਂਗੇ। ਤੇ ਉਹਦੇ ਬਾਅਦ ਫਿਰ ਜਿੱਦਾਂ ਬਹੁਤ ਚੀਜ਼ਾਂ ਹੁੰਦੀਆਂ, ਬੰਦਾ ਆਪਣੇ ਲਾਈਫ ਪਾਰਟਨਰ ਦੇ, ਮੁੰਡੇ ਵੀ ਆਹੀ ਦੇਖਦੇ ਆ ਵੀ ਕੁੜੀ ਵਧੀਆ ਕੁਆਲੀਫਾਈਡ ਹੋਵੇ, ਜੌਬ ਕਰ। ਚੀਜ਼ਾਂ ਆਉਣ ਲੱਗ ਗਈਆਂ ਕਿ ਪ੍ਰੋਫੈਸ਼ਨਲੀ ਕੁਆਲੀਫਾਈਡ ਕੁੜੀਆਂ ਚਾਹੀਦੀਆਂ। ਹਾਂਜੀ ਬਿਲਕੁਲ। ਸਟੱਡੀ ਵੀਜ਼ਾ ਤੇ ਆਏ ਸੀ? ਹਾਂਜੀ। ਰਾਈਟ ਨਾਓ ਫਿਰ ਸਟੱਡੀ ਚੱਲ ਰਹੀ ਹੈ ਕਿ ਵਰਕ ਪਰਮਿਟ ਤੇ ਆ ਗਏ? ਨਹੀਂ, ਫਿਲਹਾਲ ਵਰਕ ਪਰਮਿਟ ਤੇ। ਵਰਕ ਪਰਮਿਟ ਤੇ। ਸਟਰਗਲ 2.5 ਸਾਲ ਦਾ ਕਿੰਨਾ ਕੁ ਰਿਹਾ? ਸਟਰਗਲ ਬਹੁਤ ਵਧੀਆ ਵੀ ਰਿਹਾ ਹੈ ਨਾ, ਤੇ ਹਾਰਡਸ਼ਿਪ ਵੀ ਕਾਫੀ ਰਹੀ ਆ। ਬਟ ਜਦੋਂ ਇੱਕ ਵਾਰ ਆਉਂਦੇ ਆ ਤਾਂ ਜੌਬ ਲਈ ਕਾਫੀ ਕੁਝ ਆਪਾਂ ਨੂੰ ਸਟਰਗਲ ਕਰਨਾ ਪੈਂਦਾ। ਜਿੱਦਾਂ ਇੱਥੇ ਰੈਫਰੈਂਸ ਦੇ ਥਰੂ ਜੌਬ ਮਿਲਦੀਆਂ ਨੇ। ਜੇ ਤੁਹਾਡਾ ਕੋਈ ਨੋਨ ਬੰਦਾ ਹੈਗਾ ਦੈਨ ਤੁਹਾਨੂੰ ਈਜ਼ੀਲੀ ਮਿਲ ਜੂਗੀ, ਬਟ ਅਦਰਵਾਈਜ਼ ਤੁਹਾਨੂੰ ਏਜੰਸੀਆਂ ਦੇ ਬਾਰ-ਬਾਰ ਗੇੜੇ ਲਾਉਣੇ ਪੈਂਦੇ ਆ, ਉਹ ਥੋੜਾ ਹੈ। ਕੈਸ਼ ਦੇ ਉੱਤੇ ਵੀ ਜੌਬਸ ਮਿਲ ਜਾਂਦੀਆਂ ਨੇ, ਜਿਵੇਂ ਆਪਾਂ ਕਹਿੰਦੇ ਆ ਕਿ ਰੈਫਰੈਂਸ ਵਗੈਰਾ ਤੇ ਜਾਂ ਕੋਈ ਲੱਗ ਜਾਂਦਾ। ਕਦੇ ਐਦਾਂ ਹੋਇਆ ਕਿ ਤੁਹਾਡੇ ਓਨਰ ਨੇ ਤੁਹਾਡੇ ਕਦੇ ਪੈਸੇ ਮਾਰੇ ਹੋਣ ਜਾਂ ਸਮਥਿੰਗ ਲਾਈਕ ਦੈਟ? ਕਿਉਂਕਿ ਇਹ ਵੀ ਅੱਜ ਕੱਲ੍ਹ ਬਹੁਤ ਸੁਣਨ ਨੂੰ ਮਿਲ ਰਿਹਾ ਵਾ। ਹਾਂਜੀ, ਸੁਣਨ ਨੂੰ ਮਿਲਿਆ, ਬਟ ਮੈਨੂੰ ਪਰਸਨਲੀ ਕੋਈ ਇੱਦਾਂ ਦਾ ਐਕਸਪੀਰੀਅੰਸ ਨਹੀਂ ਹੋਇਆ ਹੈਗਾ, ਤੇ ਨਾ ਹੀ ਕਿਸੇ ਮੇਰੇ ਨੋਨ ਦੇ ਵਿੱਚ ਵੀ ਜਾਂ ਕਿਸੇ ਨੇ ਕਿਸੇ ਦੇ ਪੈਸੇ ਰੱਖੇ ਹੋਣ ਜਾਂ ਸਮਥਿੰਗ ਲਾਈਕ। ਜਿਵੇਂ ਆਪਾਂ ਕਹਿੰਦੇ ਆ ਕਿ ਘਰੇ ਤਾਂ ਸਾਰੇ ਹੁੰਦੇ ਆ ਨਾ ਸਪੋਰਟ ਕਰਨ ਦੇ ਲਈ, ਰਾਤ ਨੂੰ ਤੁਸੀਂ ਕਦੇ ਨਾਈਟ ਸ਼ਿਫਟਸ ਕੀਤੀਆਂ ਨੇ ਜੌਬ ਨੂੰ ਲੈ ਕੇ? ਹਾਂਜੀ, ਨਾਈਟ। ਕਦੇ ਅਨਸੇਫ ਲੱਗਿਆ ਕੈਨੇਡਾ? ਨਹੀਂ, ਫਿਲਹਾਲ ਇਦਾਂ ਦਾ ਕੁਝ ਨਹੀਂ ਹੈ। ਵਧੀਆ ਕੁੜੀਆਂ ਨੂੰ ਲੈ ਕੇ ਕਾਫੀ ਸੇਫ ਆ। ਆਪਣੇ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਵੀ ਇਕੱਲੀਆਂ ਕੁੜੀਆਂ ਨੂੰ ਭੇਜਣੋਂ ਡਰਦੇ ਆ, ਹੈ ਨਾ, ਵੀ ਮਾਹੌਲ ਉੱਥੇ ਇਦਾਂ ਦਾ, ਬਟ ਇੱਥੇ ਇਦਾਂ ਦਾ ਕੁਝ ਨਹੀਂ ਆ। ਬਾਕੀ ਹਰੇਕ ਨੂੰ ਦੱਸਿਆ ਜਾਂਦਾ 911, ਹੈ ਨਾ, ਉਹ ਸੇਫ ਇਸ ਚੀਜ਼ ਨੂੰ ਲੈ ਕੇ ਸੇਫ ਕਰਾ ਕੁੜੀਆਂ ਲਈ। ਉੱਥੇ ਤਾਂ ਹੁੰਦਾ ਕਿ ਪੁਲਿਸ ਨੂੰ ਦੇਖ ਕੇ ਬੰਦਾ ਡਰ ਜਾਂਦਾ, ਇੱਥੇ ਕਦੇ ਲੱਗਿਆ ਵੀ ਹਾਏ ਪੁਲਿਸ ਖੜੀ ਆ, ਡਰ ਲੱਗਦਾ ਸਮਝੇ? ਨਹੀਂ, ਇੱਥੇ ਬਹੁਤ ਵਧੀਆ ਟਰੀਟ ਕਰਦੇ ਨੇ ਜੀ। ਇਵਨ ਤੁਹਾਨੂੰ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ, ਹੈ ਨਾ, ਮੈਂ ਪਰਸਨਲੀ 1-2 ਵਾਰ ਗੱਲ ਕੀਤੀ ਆ, ਬਹੁਤ ਵਧੀਆ, ਕੋਈ ਡਰ ਨਹੀਂ ਗਾ ਇੱਥੇ। ਪੁਲਿਸ ਦਾ ਬਹੁਤ ਹੈਲਪ ਕਰਦੀ ਆ। ਜੌਬਸ ਨੂੰ ਲੈ ਕੇ ਗੱਲ ਕਰੀਏ ਤਾਂ ਵਧੀਆ ਜੀ 'ਚ ਸੈਲਰੀ ਮਿਲਦੀ ਹੋਵੇ ਜਾਂ ਹਾਈਲੀ ਪੇਡ ਜੌਬਸ ਤੁਹਾਡੇ ਅਕੋਰਡਿੰਗ ਇੱਥੇ ਕੁੜੀਆਂ ਲਈ ਕਿਹੜੀਆਂ ਹੋ ਸਕਦੀਆਂ ਨੇ? ਜਿਵੇਂ ਇੱਕ ਤਾਂ ਕਹਿੰਦੇ ਆਪਾਂ ਨਰਸਿੰਗ ਦੀ ਜੌਬ ਦੀ ਹਾਂਜੀ, ਬਟ ਉਹਦੇ ਲਈ ਪ੍ਰੋਸੀਜਰ, ਜਿਵੇਂ ਆਪਾਂ ਬੈਕ ਹੋਮ ਤਾਂ ਨਰਸਿੰਗ ਕਰੇ ਆਉਂਦੇ ਹਾਂ, ਬਟ ਇੱਕਦਮ ਆਪਾਂ ਉਸ ਫੀਲਡ 'ਚ ਨਹੀਂ ਜਾ ਸਕਦੇ। ਉਹਦੇ ਲਈ ਵੀ ਆਪਾਂ ਨੂੰ ਪ੍ਰੋਸੀਜਰ ਕਰਨਾ ਪੈਂਦਾ ਆ। 1-2 ਸਾਲ ਲੱਗ ਜਾਂਦੇ ਆ। ਆਫਟਰ ਦੈਟ ਤੁਸੀਂ ਉਹਦੇ ਉਸ ਫੀਲਡ 'ਚ ਜਾ ਸਕਦੇ ਹੋ, ਬਟ ਡਿਊਰਿੰਗ ਦੈਟ ਟਾਈਮ ਤੁਹਾਨੂੰ ਕੀ ਆ ਵੀ ਲੇਬਰ ਸ਼ਿਫਟਸ ਇੱਦਾਂ ਵੇਅਰ ਹਾਊਸ ਦੇ ਵਿੱਚ ਇਹੀ ਕੰਮ ਕਰਨਾ ਪੈਂਦਾ ਆ। ਐਜ਼ ਅ ਸਟੂਡੈਂਟ ਸਟਰਗਲ ਲਾਈਫ ਕਿੰਨੀ ਕੁ ਹੈਗੀ ਆ? ਸਟਰਗਲ ਤਾਂ ਬਹੁਤ ਹੈ, ਬਟ ਫਿਰ ਵੀ ਹੌਸਲਾ ਨਾ ਛੱਡੋ, ਹੈ ਨਾ, ਤੇ ਪੋਜ਼ਿਟਿਵ ਰਹੋ। ਅਸੀਂ ਪਹਿਲਾਂ ਤੁਹਾਡੇ ਤੋਂ ਇੱਕ ਲੜਕੀ ਨਾਲ ਗੱਲ ਕਰ ਰਹੀ ਸੀ ਤੇ ਉਹ 2 ਮਹੀਨੇ ਹੀ ਹੋਏ ਸੀ ਆਈ ਨੂੰ, ਉਹਨੂੰ ਜੌਬ ਵੀ ਨਹੀਂ ਮਿਲੀ ਤੇ ਉਹ ਕਹਿ ਰਹੀ ਸੀ ਤੇ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਕਿੱਥੋਂ ਪੁੱਠਾ ਪੰਗਾ ਲੈ ਲਿਆ ਕੈਨੇਡਾ ਆ ਕੇ। ਇੱਕ ਵਾਰ ਤਾਂ ਲੱਗਦਾ ਜਦ ਆਉਂਦੇ ਆ ਨਾ, ਇੱਕ ਵਾਰ ਤਾਂ ਸਾਲ ਤਾਂ ਬੰਦਾ ਬਹੁਤ ਔਖਾ ਰਹਿੰਦਾ, ਬਟ ਹੌਲੀ ਜਿਵੇਂ ਉੱਥੇ ਇੱਦਾਂ ਹੁੰਦਾ ਆਪਾਂ ਨੂੰ ਬਣੀ ਬਣਾਈ ਰੋਟੀ ਮਿਲ ਜਾਂਦੀ ਆ, ਕੋਈ ਇੱਦਾਂ ਦੀ ਟੈਨਸ਼ਨ ਨਹੀਂ। ਘਰ ਆਪਣਾ ਘਰ ਹੁੰਦਾ, ਇੱਥੇ ਰੈਂਟ ਵੀ ਪੇ ਕਰਨਾ, ਗਰੋਸਰੀ ਵੀ ਖੁਦ ਲੈ ਕੇ ਆਉਣੀ, ਇਹ ਚੀਜ਼ਾਂ ਕਰਕੇ ਆ ਜੀ। ਗੁਰਪ੍ਰੀਤ ਕਿੰਨਾ ਚਿਰ ਹੋ ਗਿਆ ਆਇਆ ਨੂੰ? ਮੈਨੂੰ 4 ਸਾਲ ਹੋ ਗਏ। 4 ਸਾਲ। ਫਾਈਨਲੀ ਪੀਆਰ ਹੋ ਚੁੱਕੇ ਹੋ? ਨਹੀਂ, ਪੀਆਰ ਇਨ ਪ੍ਰੋਸੈਸ ਹੈ। ਇਨ ਪ੍ਰੋਸੈਸ। ਚਲੋ ਗੁੱਡ ਲੱਕ, ਤੁਹਾਡਾ ਛੇਤੀ ਪੀਆਰ ਦਾ ਹੋਵੇ। 4 ਸਾਲ ਦਾ ਸਟਰਗਲ ਕਿਦਾਂ ਦਾ ਰਿਹਾ? 4 ਸਾਲ ਦਾ ਸਟਰਗਲ ਠੀਕ ਵੀ ਸੀ, ਨਹੀਂ ਵੀ ਠੀਕ। 4 ਸਾਲ ਤੋਂ 2 ਸਾਲ ਤਾਂ ਸਟਰਗਲ ਕਾਫੀ ਸੀਗਾ। ਜੌਬਸ ਦੀ ਪ੍ਰੋਬਲਮ ਸੀ ਕਿਉਂਕਿ ਡਿਫਰੈਂਟ ਲੋਕੇਸ਼ਨ ਸੀਗੀਆਂ, ਹਰ ਟਾਈਮ ਮੂਵ ਹੋਣਾ ਪੈਂਦਾ ਸੀ। ਸੋ ਹੁਣ ਠੀਕ ਹੈ, ਹੁਣ ਵਰਕ ਪਰਮਿਟ ਤੇ ਜ਼ਿਆਦਾ ਹੈ। ਸਟੂਡੈਂਟਸ ਲਈ ਜੌਬ ਲਈ ਸਟਰਗਲ ਕਰਨਾ ਕਿੰਨਾ ਕੁ ਮੁਸ਼ਕਿਲ ਹੁੰਦਾ? ਕਿਉਂਕਿ ਇੱਥੇ ਪਾਰਟ ਟਾਈਮ ਤੁਸੀਂ ਸਟੱਡੀ ਕਰ ਸਕਦੇ ਹੋ, ਜਦ ਕਿ ਫੁੱਲ ਟਾਈਮ 'ਚ ਜਾ ਕੇ ਖਰਚੇ ਨਿਕਲਦੇ ਨੇ। ਫਿਰ ਉਦੋਂ ਕਿਵੇਂ ਜੌਬਸ ਮਿਲਦੀਆਂ? ਰੈਫਰੈਂਸ ਤੇ ਮਿਲਦੀਆਂ, ਏਜੰਸੀਜ਼ ਦੇ ਥਰੂ ਮਿਲਦੀਆਂ, ਕਿਵੇਂ ਫਿਰ ਅਪਲਾਈ ਕੀਤਾ ਜਾਂਦਾ? ਇੱਦਾਂ ਹੈ, ਜੌਬਸ ਦੀ ਤਾਂ ਪ੍ਰੋਬਲਮ ਆਉਂਦੀ ਹੈ ਮੋਸਟਲੀ ਜਦੋਂ ਫਸਟ ਟਾਈਮ ਬੰਦਾ ਆਉਂਦਾ ਆ। ਇੱਕ ਤਾਂ ਉਹਨੂੰ ਪਤਾ ਨਹੀਂ ਹੁੰਦਾ, ਕਈਆਂ ਦੇ ਰਿਲੇਟਿਵਸ ਹੁੰਦੇ, ਕਈਆਂ ਦੇ ਨਹੀਂ ਹੁੰਦੇ। ਧੱਕੇ ਖਾ ਕੇ ਪਹਿਲਾਂ ਤਾਂ ਟਰਾਂਸਪੋਰਟੇਸ਼ਨ ਦਾ
ਸਮਝ ਨਹੀਂ ਆਉਂਦੀ। ਬਾਅਦ 'ਚ ਟਰਾਂਸਪੋਰਟੇਸ਼ਨ ਦੀ ਸਮਝ ਆਉਂਦੀ ਹੈ, ਕਿਤੇ ਕੰਮ ਵੀ ਮਿਲਦਾ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਬੰਦਾ ਨਵਾਂ ਆ, ਇਹਨੂੰ ਮਿਨੀਮਮ ਟੂ ਮਿਨੀਮਮ ਵੇਜ 'ਤੇ ਰੱਖੋ। ਸੋ ਮੋਸਟਲੀ ਟਾਈਮ ਤਾਂ ਪੈਸੇ ਮਾਰਨ ਦੀ ਵੀ ਕੋਸ਼ਿਸ਼ ਕਰਦੇ, ਮਿਲਣਾ ਵੀ ਹੋਈ ਆ। ਫਸਟ ਜਿਹੜੀ ਜੌਬ ਸੀਗੀ 2 ਦਿਨ ਕੀਤੀ ਅਤੇ ਪੈਸੇ ਨਹੀਂ ਸੀ ਮਿਲੇ। ਬਾਅਦ ਵਿੱਚ ਚਲੋ ਮਿਲ ਗਈ ਸੀਗੀ 2-3 ਦਿਨਾਂ ਤੱਕ, ਤਾਂ $10 ਤੇ ਮਿਲੀ ਸੀ ਉਸ ਟਾਈਮ ਕੈਸ਼ ਤੇ। $10 ਤੇ ਕਿਵੇਂ ਦਾ ਲੱਗਿਆ? ਕਿਉਂਕਿ ਜਦੋਂ ਉਹੀ ਜੌਬ ਦੂਸਰੇ ਕਰਦੇ ਨੇ ਤੇ ਮਿਹਨਤ ਵੀ ਖੁਦ ਬਹੁਤ ਜ਼ਿਆਦਾ ਕਰਨੀ ਪੈਂਦੀ ਆ। ਸੋ ਉਹਦੇ ਬਾਰੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਵੇਂ ਦਾ ਲੱਗਿਆ ਉਹ ਸਟਰਗਲ ਪੀਰੀਅਡ, ਕਿ ਜਦੋਂ ਇਹੀ ਜੌਬ ਕੋਈ ਦੂਸਰਾ ਕਰਦਾ ਤਾਂ ਉਹਨੂੰ ਵੱਧ ਭੇਜ ਦਿੱਤੀ ਜਾਂਦੀ ਆ ਤੇ ਆਪ ਨੂੰ ਘੱਟ ਮਿਲਦੀ ਆ, ਖਰਚੇ ਵੀ ਕੱਢਣੇ, ਫੀਸਾਂ ਕੱਢਣੀਆਂ ਨੇ ਐਂਡ ਗਰੋਸਰੀ ਦੇ ਬਿੱਲ ਵੀ ਪੇ ਕਰਨੇ ਆ। ਉਹ ਚੀਜ਼ਾਂ ਤੁਹਾਨੂੰ ਪਤਾ, ਕਿਉਂਕਿ ਆਪਾਂ ਇੱਕ ਸਰਟਨ ਲਿਮਿਟਸ ਦੇ ਅੰਡਰ ਹੁੰਦੇ ਉਸ ਟਾਈਮ। ਆਪਣੀ ਵੀ ਮਜਬੂਰੀ ਹੁੰਦੀ ਹੈ, ਹੁਣ ਦੂਜਿਆਂ ਨੂੰ ਦੇਖ ਕੇ ਜੇ ਕੰਮ ਕਰੀਏ ਜਾਂ ਨਾ ਕਰੀਏ ਉਹ ਔਖਾ ਹੋ ਜਾਂਦਾ ਥੋੜ੍ਹਾ। ਸੋ ਕਰਨਾ ਪੈਂਦਾ ਹੈ ਜਿੱਦਾਂ ਵੀ ਹੈ। ਇੱਥੇ ਕਹਿੰਦੇ ਕੈਨੇਡਾ ਹੋਰ ਕੁਝ ਸਿਖਾਏ ਨਾ ਸਿਖਾਏ, ਰੋਟੀਆਂ ਬਣਾਉਣੀਆਂ ਗੋਲ ਸਿਖਾ ਦਿੰਦਾ, ਸਿੱਖ ਗਏ ਹੋ? ਜ਼ਰੂਰ ਜੀ, ਹੁਣ ਤਾਂ ਸਭ ਕੁਝ ਆਉਂਦਾ ਹੈ A to Z। ਹੁਣ ਜੇ ਗੱਲ ਕਰੀਏ ਜੌਬਸ ਨੂੰ ਲੈ ਕੇ ਤਾਂ ਜੌਬ ਅਪਰਚੁਨਿਟੀਜ਼ ਕੈਨੇਡਾ ਦੇ ਵਿੱਚ ਕਿੱਦਾਂ ਦੀਆਂ ਨੇ? ਜੌਬ ਅਪਰਚੁਨਿਟੀਜ਼ ਤਾਂ ਕਾਫੀ ਨੇ, ਬਟ ਜੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਲਾਈਕ ਜੇ ਤਾਂ ਕੋਈ ਰਿਲੇਟਿਵਸ ਵਗੈਰਾ ਹੋਵੇ ਉਹ ਗਾਈਡ ਕਰੇ ਵੀ ਤੁਹਾਨੂੰ ਮੋਸਟਲੀ, ਕਿਉਂਕਿ ਅੱਜ ਕੱਲ੍ਹ ਇੰਡੀਆ ਤੋਂ ਜਿਹੜੀ ਵੀ ਯੂਥ ਹੁੰਦੀ ਹੈ ਸਾਰੀ ਪ੍ਰੈਫਰ ਕਰਦੀ ਹੈ ਟਰੱਕਿੰਗ ਨੂੰ, ਕਿਉਂਕਿ ਟਰੱਕਿੰਗ ਤਾਂ ਕੁਛ ਮੈਨੂੰ ਲੱਗਦਾ ਨਹੀਂ ਖਾਸ ਸਟਰਗਲ ਹੁੰਦਾ ਹੋਊਗਾ ਕਿ ਲਾਇਸੈਂਸ ਬਣਾਉਣ, ਟ੍ਰੇਨਿੰਗ ਲਓ ਤਾਂ ਤੁਸੀਂ ਜੌਬ ਲੈ ਸਕਦੇ ਹੋ। ਜੌਬ ਬਹੁਤ ਟਫ ਹੈ, ਬਹੁਤ ਜ਼ਿਆਦਾ। ਹਾਂਜੀ, ਬਟ ਫਿਰ ਵੀ ਆਪਣੀ ਕਮਿਊਨਿਟੀ ਕਰਨਾ ਚਾਹੁੰਦੀ ਹੈ ਦੂਜੀਆਂ ਜੌਬਸ। ਮੈਂ ਵੀ ਕਰਨਾ ਚਾਹੁੰਦਾ, ਮੈਂ ਐਜ਼ ਏ ਸਿਵਲ ਇੰਜੀਨੀਅਰ ਬੀਟੈਕ ਕਰਕੇ ਆਇਆ। ਮੇਰਾ ਏਮ ਹੈ ਕਿ ਸਿਵਲ ਇੰਜੀਨੀਅਰਿੰਗ 'ਚ ਹੀ ਜੌਬ ਮਿਲੇ, ਬਟ ਕਈ ਤਰ੍ਹਾਂ ਦੀ ਲਿਮੀਟੇਸ਼ਨਸ ਨੇ ਇੱਥੇ, ਕਿਉਂਕਿ ਜਿੰਨਾ ਤੱਕ ਬੰਦਾ ਪਹਿਲਾਂ PR ਨਹੀਂ ਹੁੰਦਾ। ਜਦੋਂ ਮੈਂ ਆਇਆ ਸੀ ਮੈਨੂੰ ਪਤਾ ਨਹੀਂ ਸੀ ਕਿੱਦਾਂ ਗਾੜੀ ਗਰੋ ਕਰਨਾ ਹੈ ਐਜ਼ ਏ ਇੰਜੀਨੀਅਰ, ਰਾਈਟ। ਸੋ ਹੁਣ ਤੱਕ ਮੈਂ ਦੂਜੀਆਂ ਜੌਬਸ ਹੀ ਕਰਦਾ ਆ ਰਿਹਾ ਟਾਈਮ ਪਾਸ ਲਈ। ਸੋ ਆਫਟਰ PR ਇੱਥੇ ਪ੍ਰੋਸੈਸ ਹੁੰਦਾ ਇੱਕ ਤਰ੍ਹਾਂ ਦਾ, ਤੁਸੀਂ ਕੰਮ ਕਰਨਾ ਹੈ ਪਹਿਲਾਂ ਰਜਿਸਟਰਡ ਇੰਜੀਨੀਅਰ ਦੇ ਨਾਲ ਸਾਲ, ਫਿਰ ਤੁਸੀਂ ਖੁਦ ਨੂੰ ਰਜਿਸਟਰ ਕਰ ਸਕਦੇ, ਫਿਰ ਜੌਬ ਲਈ ਅਪਲਾਈ ਕਰ ਸਕਦੇ। ਜਦੋਂ ਇੱਕ ਵਾਰ PR ਮਿਲ ਜਾਂਦੀ ਹੈ, ਪਿਛਲੇ 4 ਸਾਲ ਦਾ ਸਟਰਗਲ ਫਿਰ ਭੁੱਲ ਜਾਂਦਾ ਹੈ ਕਿ ਹਾਂ ਇਟਸ ਓਕੇ ਤੇ ਹੁਣ ਲਾਈਫ ਟਰੈਕ ਤੇ ਆਏਗੀ। ਨਹੀਂ, ਚਲੋ ਲਾਈਫ ਤਾਂ ਟਰੈਕ ਤੇ, ਪਰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਜੇ ਭੁੱਲ ਗਏ ਤਾਂ ਫਿਰ ਜੇ ਮੰਨ ਲਓ ਅੱਗੇ ਸਟੂਡੈਂਟਸ ਆਉਂਦੇ, ਤੁਸੀਂ ਕੋਈ ਜੌਬ ਬਿਜ਼ਨਸ ਖੋਲ੍ਹਦੇ ਤਾਂ ਉਹ ਚੀਜ਼ ਚੇਤੇ ਰਹਿੰਦੀ ਵੀ ਅਸੀਂ ਵੀ ਗੋ ਥਰੂ ਹੋ ਕੇ ਆਏ ਇਸ ਚੀਜ਼ 'ਤੇ, ਅਤੇ ਇਹਨਾਂ ਨਾਲ ਚੰਗਾ ਬਿਹੇਵ ਕੀਤਾ ਜਾਵੇ ਜਿਹੜੇ ਨਹੀਂ ਕਰਦੇ ਅੱਜ ਕੱਲ੍ਹ। ਨਵਜੋਤ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਨੂੰ? 2 months। 2 months। ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ? ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਤੋਂ। ਸੋ ਉਂਝ ਉੱਥੇ ਇੰਡੀਆ ਦੇ ਵਿੱਚ ਕਦੇ ਇੱਕ ਤੋਂ ਦੂਜੇ ਸਟੇਟ ਆਪਾਂ ਇੱਦਾਂ ਕਦੇ ਗਏ ਸੀ, ਇਕੱਲੇ ਘਰਦਿਆਂ ਨੇ ਭੇਜਿਆ ਸੀ? ਨਹੀਂ। ਕੈਨੇਡਾ ਭੇਜਤਾ? ਹਾਂਜੀ। ਸੋ ਕੈਨੇਡਾ ਉਹਨਾਂ ਨੂੰ ਸੇਫ ਲੱਗਦਾ ਹੈ ਕਿ ਕੁੜੀਆਂ ਲਈ ਸੇਫ ਹੈ? ਹਾਂਜੀ, ਸੇਫ ਲੱਗਦਾ ਤੇ ਹੈ ਵੀ ਆ, ਬਹੁਤ ਜ਼ਿਆਦਾ ਓਪਰਚੁਨਿਟੀਜ਼ ਵੀ ਆ, ਕੈਰੀਅਰ ਵੀ ਵਧੀਆ। ਉਹ ਤਾਂ ਓਬਵੀਅਸ ਹੀ ਆ ਵੀ ਜਦੋਂ ਵੀ ਆਪਾਂ ਕਿਤੇ ਨਿਊ ਜਗ੍ਹਾ 'ਤੇ ਜਾਂਦੇ ਹਾਂ, ਸਟਾਰਟਿੰਗ ਦੇ ਵਿੱਚ ਆਪਾਂ ਨੂੰ ਸਟਰਗਲ ਕਰਨੀ ਹੀ ਪੈਂਦੀ ਆ। ਜੇ ਆਪਾਂ ਕੁਝ ਅਚੀਵ ਕਰਨਾ ਲਾਈਫ ਦੇ ਵਿੱਚ ਤਾਂ ਸਟਰਗਲ ਤਾਂ ਇੰਪੋਰਟੈਂਟ ਹੈ ਹੀ ਆ। ਸਟਰਗਲ 'ਚ ਸਭ ਤੋਂ ਪਹਿਲਾਂ ਸਟੂਡੈਂਟ ਲਾਈਫ 'ਚ ਸ਼ੁਰੂ ਹੋ ਜਾਂਦਾ ਰਹਿਣ ਲਈ ਜਗ੍ਹਾ ਲੱਭਣੀ। ਸੋ ਤੁਸੀਂ ਇਸ ਵਕਤ ਕਿਹਨਾਂ ਨਾਲ ਰਹਿ ਰਹੇ ਹੋ? ਮੈਂ ਆਪਣੀ ਸਿਸਟਰ ਨਾਲ ਹੀ ਰਹਿ ਰਹੀ ਹਾਂ। ਹਾਂਜੀ। ਸੋ ਕਿੰਨਾ ਕੁ ਮੁਸ਼ਕਿਲ ਲੱਗਿਆ 2 ਮਹੀਨਿਆਂ ਦੇ ਵਿੱਚ ਐਡਜਸਟ ਕਰਨਾ ਹਜੇ, ਕਿਉਂਕਿ ਆਪਣਾ ਤੌਰ ਤਰੀਕਾ ਇੱਥੇ ਰਹਿਣ ਦਾ ਵੀ ਬਿਲਕੁਲ ਡਿਫਰੈਂਟ ਹੁੰਦਾ ਉੱਥੇ ਨਾਲ? ਬਟ ਮੈਨੂੰ ਇੰਨਾ ਜ਼ਿਆਦਾ ਔਖਾ ਨਹੀਂ ਲੱਗਿਆ, ਕਿਉਂਕਿ ਮੇਰੇ ਭਾਜੀ ਤੇ ਮੇਰੀ ਸਿਸਟਰ ਜਿਵੇਂ ਇੱਦਾਂ ਸੀ ਤਾਂ ਫੈਮਿਲੀ ਵਾਲਾ ਹੀ ਮਾਹੌਲ ਮਿਲਿਆ ਮੈਨੂੰ। ਸੋ ਇੰਨੀ ਜ਼ਿਆਦਾ ਸਟਰਗਲ ਨਹੀਂ ਮੈਂ ਹਾਲੇ ਤੱਕ ਕੱਟੀ। ਲੱਕੀ ਯੂ। ਤੇ ਆਪਾਂ ਗੱਲ ਕਰੀਏ ਜੌਬ ਦੀ, ਜੌਬਸ ਮਿਲ ਗਈਆਂ ਤੁਹਾਨੂੰ? ਹਾਂਜੀ, ਜੌਬ ਮਿਲ ਗਈ ਆ। ਉਹੀ ਵੇਅਰ ਹਾਊਸਾਂ ਦੇ ਵਿੱਚ ਹੀ ਹੁੰਦੀ ਆ ਜੌਬ। ਪਹਿਲਾਂ ਫਸਟ ਮੰਥ ਤਾਂ ਮੇਰਾ ਇੱਦਾਂ ਹੀ ਘਰੇ ਬੈਠ ਕੇ ਹੀ ਲੰਘਿਆ ਨਾ, ਅਤੇ ਜੌਬ ਲਈ ਥੋੜ੍ਹਾ ਜਿਹਾ ਫਿਰਨਾ ਵੀ ਪੈਂਦਾ। ਏਜੰਸੀਜ਼ ਕੋਲ ਜਿਵੇਂ ਦੀਦੀ ਨੇ ਦੱਸਿਆ ਵੀ ਜਾਣਾ ਪੈਂਦਾ ਹੈ ਨਾ, ਕਾਲਸ ਵਗੈਰਾ ਬਹੁਤ ਕਰਨੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਜੌਬ ਮਿਲਦੀ ਆ। ਈਵਨ ਕਿ ਉਹ ਵੀ ਸ਼ੋਰ ਨਹੀਂ ਹੁੰਦਾ ਆਪਾਂ ਨੂੰ ਮਿਲੂਗੀ ਜਾਂ ਹੈ ਨਾ, ਕਦੇ ਸ਼ਿਫਟ ਮਿਲ ਗਈ ਕਦੇ ਨਹੀਂ ਮਿਲੀ, ਹੈ ਨਾ, ਇੱਦਾਂ ਹੁੰਦਾ। ਐਜ਼ ਅ ਸਟੂਡੈਂਟ ਇਹ ਸਾਰਾ ਕੁਝ ਮੈਨੇਜ ਕਰਨਾ ਕਿੰਨਾ ਕੁ ਸੌਖਾ ਜਾਂ ਕਿੰਨਾ ਔਖਾ? ਨਾ ਤਾਂ ਇੰਨਾ ਜ਼ਿਆਦਾ ਸੌਖਾ ਹੈ, ਜੇ ਆਪਾਂ ਸਹੀ ਢੰਗ ਨਾਲ ਚੱਲਾਂਗੇ ਤਾਂ ਓਬਵੀਅਸ ਆ ਵੀ ਸਭ ਕੁਝ ਹੋ ਜਾਊਗਾ। ਬਟ ਜੇ ਆਪਾਂ ਖੁਦ ਹੀ ਜ਼ਿਆਦਾ ਐਕਸਪੈਂਸਿਸ ਕਰਾਂਗੇ ਤਾਂ ਉਹੀ ਚੀਜ਼ ਆਪਾਂ ਨੂੰ ਔਖੀ ਲੱਗੇਗੀ। ਆਪਾਂ ਨੂੰ ਬਜਟ ਮੈਨੇਜ ਕਰਨਾ ਆਉਣਾ ਚਾਹੀਦਾ ਫਸਟ। ਜੇ ਆਪਾਂ ਸਟੂਡੈਂਟ ਆ, ਹੈ ਨਾ, ਵੀ ਆਪਾਂ ਆਪਣੀ ਫੀਸ ਕਿੱਦਾਂ ਸੇਵ ਕਰ ਸਕਦੇ ਹਾਂ, ਜਿੱਥੋਂ ਆਪਾਂ ਬਚਾ ਸਕਦੇ ਹਾਂ ਉੱਥੋਂ ਆਪਾਂ ਨੂੰ ਬਚਾਉਣਾ ਚਾਹੀਦਾ। ਸੋ ਪਹਿਲੀ ਠੰਡ ਇਸ ਵਕਤ ਕਿੱਦਾਂ ਦੀ ਲੱਗ ਰਹੀ ਆ ਕੈਨੇਡਾ ਦੇ ਵਿੱਚ? ਫਿਲਹਾਲ ਤਾਂ ਠੀਕ ਹੀ ਲੱਗ ਰਹੀ ਆ, ਅੱਗੇ ਦੇਖੋ ਕੀ ਹੁੰਦਾ। ਜਿਵੇਂ ਸਨੋ ਨੂੰ ਲੈ ਕੇ ਬੜੇ ਹਰ ਕੋਈ ਆਪਣੇ ਕਿੱਸੇ ਕਰਦੇ ਹੁੰਦੇ, ਸੁਣਾਉਂਦੇ ਹੁੰਦੇ, ਤੁਹਾਨੂੰ ਵੀ ਸੁਣਾਉਂਦੇ ਹੋਣੇ ਆ ਵੀ ਪਹਿਲੀ ਸਨੋ ਇੱਦਾਂ ਹੁੰਦੀ ਆ। ਐਕਸਾਈਟਮੈਂਟ ਹੈ ਕਿ ਮੈਂ ਹੁਣ ਫਸਟ ਸਨੋ ਦੇਖਣ ਲੱਗੀ ਹਾਂ? ਹਾਂਜੀ, ਥੋੜ੍ਹੀ ਬਹੁਤੀ ਐਕਸਾਈਟਮੈਂਟ ਹੈ, ਬਟ ਜਿਵੇਂ ਸਾਰੇ ਕਹਿ ਰਹੇ ਆ ਵੀ ਫਸਟ ਸਨੋ ਵਧੀਆ ਲੱਗੂਗੀ, ਸੈਕਿੰਡ ਸਨੋ ਨਹੀਂ ਵਧੀਆ ਲੱਗਣੀ ਵੀ ਕਿਉਂਕਿ ਫਸਟ 'ਚੋਂ ਨਿਕਲ ਜਾਏਗੀ। ਤੇ ਲਾਸਟ ਮੈਂ ਤੁਹਾਨੂੰ ਕੁਐਸਚਨ ਇਹੀ ਪੁੱਟ ਕਰਨਾ ਚਾਹੁੰਦੀ ਹਾਂ ਕਿ ਬੀਇੰਗ ਅ ਗਰਲ ਕੈਨੇਡਾ ਕਿੰਨਾ ਕੁ ਸੇਫ ਲੱਗਦਾ ਤੁਹਾਨੂੰ? ਸੇਫ ਤਾਂ ਬਹੁਤ ਹੈ। ਜਿੱਦਾਂ ਹੁਣ ਮੈਂ ਨਾਈਟ ਸ਼ਿਫਟਸ ਵੀ ਲਗਾਈਆਂ ਹੈ ਨਾ, ਬੱਸਿਸ 'ਚ ਵੀ ਗਈ ਹਾਂ। ਸੋ ਕੈਨੇਡਾ ਪੂਰਾ ਸੇਫ ਹੈ ਗਰਲਜ਼ ਲਈ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਸੇਫ ਨਹੀਂ ਹੈ। ਬਰੈਂਪਟਨ ਤਾਂ ਵੈਸੇ ਹੀ ਪੰਜਾਬ ਹੈ ਪੂਰਾ। ਹਾਂਜੀ, ਇਹ ਤਾਂ ਹੈ ਹੀ ਆ। ਈਵਨ ਕਿ ਬਸ ਮੈਂ ਦੀਦੀ ਨੂੰ ਵੀ ਕਹਿੰਦੀ ਹੁੰਦੀ ਹਾਂ
ਵੀ ਦੀ ਮੈਨੂੰ ਤਾਂ ਇਹ ਫੀਲਿੰਗ ਆਉਂਦੀ ਹੈ ਵੀ ਮੈਂ ਚੰਡੀਗੜ੍ਹ 'ਚ ਆ ਗਈ, ਬਸ ਹੋਰ ਕੋਈ ਚੇਂਜ ਨਹੀਂ ਲੱਗਦਾ। ਹਰਪ੍ਰੀਤ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਹੋ? ਇੰਡੀਆ ਜਲੰਧਰ ਤੋਂ। ਜਲੰਧਰ ਤੋਂ। ਕਿੰਨਾ ਚਿਰ ਹੋ ਗਿਆ ਉਰੇ ਆਇਆ ਨੂੰ? 10 ਸਾਲ ਤੋਂ ਉੱਤੇ ਹੋ ਗਏ ਆ ਆਲਮੋਸਟ। 10 ਸਾਲ ਤੋਂ ਉੱਤੇ। ਜੌਬ ਸਟਰਗਲਸ ਦੀ ਗੱਲ ਕਰੀਏ ਤਾਂ ਜੌਬ ਸਟਰਗਲ ਕਿੰਨੀ ਕੁ ਹੈਗੀ ਆ ਕੈਨੇਡਾ ਦੇ ਵਿੱਚ? ਵੈਲ ਫੀਲਡ ਤੋਂ ਡਿਪੈਂਡ ਕਰਦਾ ਆ, ਅਪ ਐਂਡ ਡਾਊਨ ਚੱਲ ਰਹੀ ਆ। ਮੈਂ ਆਪਣੀ ਜੌਬ ਮੈਂ ਟੈਕਨੀਕਲ ਸਪੋਰਟ 'ਚ ਹਾਂ ਇਸ ਵੇਲੇ, ਤੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ ਥੋੜਾ ਸਟਰਗਲ ਹੋਇਆ ਸੀਗਾ ਸਟਾਰਟਿੰਗ 'ਚ। 2014 'ਚ ਮੈਂ ਗ੍ਰੈਜੂਏਟ ਹੋਇਆ ਸੀਗਾ, ਬੈਚਲਰਸ ਕੰਪਿਊਟਰ ਸਾਇੰਸ ਕੀਤੀ ਆ, ਤੇ ਅਪਸ ਐਂਡ ਡਾਊਨਸ ਹੈਗੇ ਆ। ਮਿਲ ਵੀ ਜਾਂਦੀ ਆ ਜੇ ਤੁਸੀਂ ਵੇਟ ਕਰੋ, ਪਰ ਕਦੀ ਕਦੀ ਨਹੀਂ ਵੀ ਨਹੀਂ ਮਿਲਦੀ। ਹੁਣ ਡਿਪੈਂਡ ਕਰਦਾ ਕਿਉਂ ਨਹੀਂ ਮਿਲਦੀ, ਕਿਉਂ ਕਿ ਇੰਟਰਨਲ ਰੀਜ਼ਨਸ ਕੀ ਨੇ, ਹਾਇਰਿੰਗ ਕਿੱਦਾਂ ਦੀ ਹੁੰਦੀ ਆ, ਬਟ ਅਦਰਵਾਈਜ਼ ਆਈ ਥਿੰਕ ਇਟਸ ਨਾਟ ਦੈਟ ਬੈਡ। ਜਿਹੜੇ ਨਵੇਂ ਆਉਂਦੇ ਆ ਖਾਸ ਤੌਰ ਤੇ ਐਜ਼ ਅ ਸਟੂਡੈਂਟ, ਤੇ ਉਹਨਾਂ ਲਈ ਜੌਬ ਆਪਸ਼ਨਸ ਕਿਵੇਂ ਦੇ ਹੁੰਦੇ ਆ? ਉਹਨਾਂ ਨੂੰ ਕਿੰਨਾ ਕੁ ਸਟਰਗਲ ਕਰਨਾ ਪੈਂਦਾ ਆ? ਨਵਿਆਂ ਵਾਸਤੇ ਹੁਣ ਡਿਪੈਂਡ ਕਰਦਾ ਤੁਸੀਂ ਕਰਨਾ ਕਿੰਨਾ ਚਾਹੁੰਦੇ ਹੋ ਕੰਮ। 4 ਘੰਟੇ ਪਾਰਟ ਟਾਈਮ ਕਰਨਾ ਆ, ਫੁੱਲ ਟਾਈਮ ਕਰਨਾ ਆ, ਉਹਦੇ ਉੱਤੇ ਵੀ ਡਿਪੈਂਡ ਕਰਦਾ ਆ ਕਿਹੋ ਜਿਹਾ ਕੰਮ ਚਾਹੁੰਦੇ ਆ ਤੁਸੀਂ। ਮਤਲਬ ਈਜ਼ੀਲੀ ਅਵੇਲੇਬਲ ਹੈ ਕੰਮ? ਮੈਂ ਜਦੋਂ ਸ਼ੁਰੂ 'ਚ ਆਇਆ ਸੀ, ਮੈਂ ਆਪਣਾ ਐਕਸਪੀਰੀਅੰਸ ਦੱਸਾਂ ਤਾਂ, ਕਿਉਂਕਿ ਮੇਰੀ ਸਟੱਡੀ ਇੱਦਾਂ ਦੀ ਸੀਗੀ, ਅਸਾਈਨਮੈਂਟਸ ਵਗੈਰਾ ਪੜ੍ਹਾਈ ਇੱਦਾਂ ਦੀ ਸੀਗੀ ਕਿ ਮੈਨੂੰ ਪਾਰਟ ਟਾਈਮ ਜੋਬ ਵੀ ਕਰਨਾ ਔਖਾ ਸੀਗਾ ਡਿਊ ਟੂ ਦ ਸਕੈਜੂਲ। ਤੇ ਮੈਂ ਤਾਂ ਕੀਤੀ ਨਹੀਂ, ਟੂ ਬੀ ਵੈਰੀ ਓਨੈਸਟ। ਜਦੋਂ ਸਮਰ 'ਚ ਜਦੋਂ ਸਮੈਸਟਰ ਨਹੀਂ ਹੁੰਦਾ ਸੀਗਾ ਉਦੋਂ ਕੀਤੀ ਆ, ਅਦਰਵਾਈਜ਼ ਆਈ ਡਿਡਨਟ ਡੂ ਇਟ। ਬਟ ਮੇਰੇ ਨਾਲ ਦੇ ਸੀਗੇ, ਜਿੱਦਾਂ ਮੇਰੇ ਤੋਂ ਜੂਨੀਅਰ ਵੀ ਸੀਗੇ, ਉਹਨਾਂ ਨੇ ਕੀਤੀਆਂ ਜੋਬਸ ਤੇ ਮਿਲ ਜਾਂਦੀ ਸੀਗੀ। ਬਾਕੀ ਐਮਪਲੋਇਰ ਦੇ ਉੱਤੇ ਵੀ ਹੁੰਦਾ ਆ, ਉਹ ਹਾਇਰਿੰਗ ਕਰ ਰਿਹਾ, ਪੈਸੇ ਦੇ ਰਿਹਾ ਕਿ ਨਹੀਂ। ਕਦੀ ਕਦੀ ਐਕਸਪਲੋਟੇਸ਼ਨ ਹੋ ਜਾਂਦੀ ਆ, ਦੈਟ ਇਜ਼ ਅਨਦਰ ਫੈਕਟਰ। ਮੇਰੇ ਇੱਕ ਫਰੈਂਡ ਸੀਗੀ, ਉਹਦੇ ਨਾਲ ਐਕਸਪਲੋਟੇਸ਼ਨ ਹੋਈ ਸੀਗੀ। ਐਕਸਪਲੋਟੇਸ਼ਨ ਦੀ ਤੁਸੀਂ ਗੱਲ ਕੀਤੀ ਆ, ਆਪਣੇ ਪੰਜਾਬੀ ਜ਼ਿਆਦਾ ਇਹਦੇ ਲਈ ਫੇਮਸ ਨੇ ਕਿ ਤੁਹਾਨੂੰ ਲੱਗਦਾ ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਇਹ ਸਾਰਾ ਕੁਝ ਹੈਗਾ ਆ? ਪੰਜਾਬੀ ਜ਼ਿਆਦਾ ਫੇਮਸ ਨੇ, ਜਾਂ ਫਿਰ ਲੈਟਸ ਸੇ ਇੰਡੀਅਨਸ ਇਨ ਜਨਰਲ, ਬਟ ਅਸੀਂ ਵੀ ਇੱਦਾਂ ਆ ਕਿ ਸਾਨੂੰ ਛੇਤੀ ਮਿਲ ਜਾਵੇ ਜੋਬ। ਰੈਫਰੈਂਸ ਦੇ ਤੌਰ ਤੇ ਅਸੀਂ ਛੇਤੀ ਚਾਹੁੰਦੇ ਹਾਂ ਕਿ ਕੋਈ ਸਾਡਾ, ਜੇ ਹੁਣ ਸਾਡੀ ਆਪਣੀ ਕਮਿਊਨਿਟੀ ਜ਼ਿਆਦਾ ਜਾਣ ਪਛਾਣ ਹੁੰਦੀ ਆ, ਸੋ ਵੀ ਥਿੰਕ ਕਿ ਸਾਨੂੰ ਜ਼ਿਆਦਾ ਛੇਤੀ ਮਿਲ ਜਾਵੇ ਜੋਬ, ਤੇ ਅਸੀਂ ਇੰਡੀਅਨ ਨਾਲ ਹੀ ਜਾਣਾ ਚੱਲ ਜਾਂਦੇ ਹਾਂ ਫਟਾਫਟ। ਤੇ ਉੱਥੇ ਫਿਰ ਡਿਫਰੈਂਸ ਆ ਜਾਂਦਾ, ਕਿਉਂਕਿ ਕਿਸੇ ਗੋਰੇ ਨੇ ਇੱਦਾਂ ਐਕਸਪਲੋਟੇਸ਼ਨ ਕਰਨ ਦਾ ਚਾਂਸ ਘੱਟ ਆ। ਜੇ ਮੈਂ ਲਾਸਟ ਕੁਐਸਚਨ ਤੁਹਾਨੂੰ ਜਸਟ ਪੁੱਛਾਂ ਕਿ ਹਾਈਲੀ ਪੇਡ ਜੌਬਸ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦਾ ਸਕੋਪ ਹੋ ਸਕਦਾ ਆ? ਕਿਹੜੀਆਂ ਜੌਬਸ ਜਿਹੜੀਆਂ ਨੇ ਜ਼ਿਆਦਾ ਹਾਈਲੀ ਪੇਡ ਹੋਣਗੀਆਂ ਜੇ ਅਸੀਂ ਕਹੀਏ ਕਿ ਕੈਨੇਡਾ ਵਿੱਚ ਆ ਕੇ ਕਰ ਸਕਦੇ ਹਾਂ? ਮਤਲਬ ਤੁਸੀਂ ਇਨ ਜਨਰਲ ਗੱਲ ਕਰ ਰਹੇ ਹੋ ਜਾਂ ਫਿਰ ਪੜ੍ਹਾਈ ਦੇ ਬੇਸ ਤੇ? ਜਨਰਲ ਵੀ, ਤੇ ਜੇ ਪੜ੍ਹਾਈ ਦੇ ਬੇਸ ਤੇ ਵੀ ਹੋਵੇ ਤਾਂ ਆਪਸ਼ਨਸ ਹੈ, ਕਿਉਂਕਿ ਆਪਣੀ ਕਮਿਊਨਿਟੀ ਮੋਸਟਲੀ ਟਰਕਿੰਗ ਨੂੰ ਹੀ ਸੋਚਦੀ ਹੈ ਕਿ ਪ੍ਰੈਫਰ ਕਰਦੀ ਆ। ਆਈ ਥਿੰਕ ਕਿ ਸਟੱਡੀ ਇਜ਼ ਵੈਰੀ ਇੰਪੋਰਟੈਂਟ। ਮੈਂ ਆਪਣੇ ਹਿਸਾਬ ਨਾਲ ਦੇਖਾ ਤਾਂ, ਪਰ ਉਹੀ ਆ ਕਿ ਐਟ ਦ ਐਂਡ ਆਫ ਦ ਡੇ ਯੂ ਆਰ ਹੇਅਰ ਟੂ ਅਰਨ ਮਨੀ ਐਜ਼ ਵੈਲ। ਤੇ ਸਾਡੀ ਜਿਹੜੀ ਕਮਿਊਨਿਟੀ ਆ ਉਹਦੀ ਮਾਈਂਡਸੈਟ ਇੱਦਾਂ ਦਾ ਕਿ ਵੀ ਜਸਟ ਵਾਂਟ ਟੂ ਸੈਟਲ ਡਾਊਨ ਐਂਡ ਅਰਨ ਮਨੀ। ਤੇ ਟਰਕਿੰਗ ਇਜ਼ ਅ ਵੈਰੀ ਬਿਗ ਥਿੰਗ ਫॉर ਆਵਰ ਕਮਿਊਨਿਟੀ ਲੈਟਸ ਸੇ, ਤੇ ਉਹ 'ਚ ਪੈਸੇ ਹੈਗੇ ਆ ਨੋ ਡਾਊਟ। ਤੇ ਬਟ ਬਾਕੀ ਤੁਹਾਡੇ ਉੱਤੇ ਆ ਕਿ ਤੁਸੀਂ ਜੇ ਪੜ੍ਹਨਾ ਚਾਹੁੰਦੇ ਆ ਤੇ ਪੜ੍ਹ ਕੇ ਫਿਰ ਆਪਣੀ ਫੀਲਡ 'ਚ ਜੌਬ ਕਰਨਾ ਚਾਹੁੰਦੇ, ਉਹਦੇ ਆਪਣੇ ਸਟਰਗਲਸ ਹੈਗੇ ਆ। ਮਤਲਬ ਵਾਈਟ ਕਾਲਰ ਜੌਬਸ ਵੀ ਇੱਥੇ ਵਧੀਆ ਆਪਸ਼ਨਸ ਹੈਗੀਆਂ ਨੇ? ਵਾਈਟ ਕਾਲਰ ਜੌਬਸ ਦੀ ਆਪਸ਼ਨਸ ਵੀ ਹੈਗੀਆਂ ਆ, ਬਟ ਹੁਣ ਇਹੀ ਆ ਕਿ ਬਾਕੀ ਇਮੀਗ੍ਰੇਸ਼ਨ ਦਾ ਸਿਸਟਮ ਕੀ ਆ, ਜਿੱਦਾਂ US ਤੋਂ ਕਾਫੀ ਲੋਕੀ ਆਉਣ ਲੱਗੇ ਸੀਗੇ, ਉਹਦੇ ਕਰਕੇ ਕਾਫੀ ਡਿਫਿਕਲਟ ਹੋ ਗਿਆ ਸੀਗਾ, ਕਿਉਂਕਿ US ਦੀ ਮੋਸਟਲੀ ਕ੍ਰੀਮ ਲੇਅਰ ਆਉਂਦੀ ਹੈ ਇੱਧਰ, ਤੇ ਉਹਦੇ ਕਰਕੇ ਹੁਣ ਸਾਡੀ ਜੌਬਸ ਦੇ ਉੱਤੇ ਕਾਫੀ ਇਫੈਕਟ ਪੈ ਰਿਹਾ ਸੀਗਾ। ਤੇ ਦੈਟ ਇਜ਼ ਅਨਦਰ ਫੈਕਟਰ ਆਈ ਵਿਲ ਸੇ ਕਿ ਉਹਦਾ ਇਫੈਕਟ ਪਿਆ। ਤੇ ਬਾਕੀ ਟਰਕਿੰਗ ਵਾਲੀ ਜੌਬ 'ਚ ਤਾਂ ਵੀ ਆ ਕਿ ਕਿਉਂਕਿ ਹਰ ਬੰਦਾ ਨਹੀਂ ਜਾਂਦਾ ਟਰਕਿੰਗ ਜੌਬ 'ਤੇ, ਸਾਡੀ ਕਮਿਊਨਿਟੀ ਜ਼ਿਆਦਾ ਜਾਂਦੀ ਆ, ਤੇ ਉਸ ਕਰਕੇ ਫਿਰ ਉੱਥੇ ਹਾਈ ਪੇਡ ਵੀ ਆ ਡਿਊ ਟੂ ਓਵਰ ਟਾਈਮ। ਓਵਰਆਲ ਜੇ ਆਪਾਂ ਗੱਲ ਕਰੀਏ ਕੈਨੇਡਾ 'ਚ ਸਰਵਾਈਵ ਕਰਨਾ ਸੌਖਾ ਆ ਜਾਂ ਔਖਾ ਆ? ਮੇਰੇ ਹਿਸਾਬ ਨਾਲ ਸੌਖਾ ਆ ਜੇ ਤੁਸੀਂ ਮਤਲਬ ਕਿ ਮਾਈਂਡਸੈਟ ਬਣਾਇਆ ਹੋਇਆ ਆ, ਤੇ ਇਫ ਯੂ ਵਾਂਟ ਟੂ ਅਚੀਵ ਇਟ ਯੂ ਕੈਨ ਅਚੀਵ ਇਟ। ਵੀ ਆਰ ਟਾਕਿੰਗ ਅਬਾਊਟ ਜੌਬਸ ਇਨ ਕੈਨੇਡਾ। ਸੋ ਜੇ ਕੈਨੇਡਾ ਵਿੱਚ ਜੌਬਸ ਅਪਰਚੁਨਿਟੀ ਦੀ ਗੱਲ ਕੀਤੀ ਜਾਵੇ, ਸੋ ਸਪੈਸ਼ਲੀ ਜੇ ਬੇਸਿਕ ਤੋਂ ਸਟਾਰਟ ਕਰੀਏ ਤਾਂ ਇੱਕ ਜੌਬ ਲੈਣ ਲਈ ਕੀ ਕਰਨਾ ਪੈਂਦਾ ਹੈ? ਕਿੱਥੇ ਆਪਾਂ ਰੈਫਰੈਂਸ ਜ਼ਿਆਦਾ ਮੈਟਰ ਕਰਦੀ ਆ ਜਾਂ ਫਿਰ ਰੈਜ਼ੂਮੇ ਮੈਟਰ ਕਰਦਾ? ਕੀ ਚਾਹੀਦਾ ਜ਼ਰੂਰ? ਮੋਸਟਲੀ ਰੈਫਰੈਂਸ ਹੋਏ ਤੇ ਜ਼ਿਆਦਾ ਕੰਮ ਸੌਖਾ ਹੋ ਜਾਂਦਾ ਹੈ। ਤੇ ਕੋਈ ਦੋਸਤ ਜਾਂ ਕੋਈ ਫੈਮਿਲੀ ਫਰੈਂਡ ਜਿਹੜਾ ਕਿਸੇ ਫੀਲਡ 'ਚ ਕੰਮ ਕਰਦਾ ਹੋਏ, ਲੈਟਸ ਸੇ ਬਰੈਂਪਟਨ ਜਾਂ GTA ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕੀ ਕੰਮ ਕਰਦੇ ਨੇ ਉਹ ਟਰੱਕਿੰਗ ਜਾਂ ਫਿਰ ਰੀਅਲ ਸਟੇਟ 'ਚ ਕਰਦੇ ਨੇ। ਅਗਰ ਤੁਹਾਡਾ ਕੋਈ ਬੰਦਾ ਹੈਗਾ, ਕਿਸੇ ਨੂੰ ਜਾਣਦੇ ਹੋ, ਉਹ ਇਸ ਫੀਲਡ 'ਚ ਆਲਰੇਡੀ ਹੈਗਾ, ਉਹ ਤੁਹਾਨੂੰ ਪ੍ਰੋਪਰ ਗਾਈਡ ਕਰ ਸਕਦਾ ਹੈ। ਤੁਹਾਡੇ ਲਈ ਈਜ਼ੀ ਹੋ ਜਾਊਗਾ ਉਸ ਫੀਲਡ 'ਚ ਐਂਟਰ ਹੋਣਾ ਤੇ ਜ਼ਿਆਦਾ ਨੌਲੇਜ ਹਾਸਿਲ ਕਰਨਾ। ਕਿੰਨਾ ਕੀ ਸੀ ਇੱਥੇ ਕਿ ਜਿਹੜੀ ਫੀਲਡ ਵਿੱਚ ਤੁਸੀਂ ਸਟੱਡੀ ਕੀਤੀ ਹੁੰਦੀ ਹੈ ਉਸੇ ਫੀਲਡ ਵਿੱਚ ਤੁਹਾਨੂੰ ਜੌਬ ਮਿਲ ਸਕਦੀ ਹੈ? ਉਹ ਮਿਲ ਸਕਦੀ ਹੈ, ਲੇਕਿਨ ਕਈ ਵਾਰ ਹੁੰਦਾ ਹੈ ਕਿ ਅਗਰ ਲੱਕ 'ਤੇ ਵੀ ਡਿਪੈਂਡ ਕਰਦਾ ਹੈ, ਤੇ ਕਈ ਵਾਰ ਕਈ ਬੰਦਿਆਂ ਦੇ ਨਸੀਬ 'ਚ ਕੁਝ ਹੁੰਦਾ ਹੈ ਕਿ ਨਹੀਂ ਹੁੰਦਾ। ਤੇ ਕਈ ਵਾਰ ਬੰਦੇ, ਜਿੱਦਾਂ ਮੈਂ ਲਾਅ 'ਚ ਸਟੱਡੀ ਕੀਤਾ ਲੇਕਿਨ ਕਰੰਟਲੀ ਮੈਂ ਉੱਥੇ ਕੰਮ ਕਰ ਰਹੇ ਹਾਂ, ਡਿਵੈਲਪਮੈਂਟਲ ਡਿਸੇਬਿਲਿਟੀ ਨਹੀਂ ਹੁੰਦੇ ਲੋਕੀ, ਉਹਨਾਂ ਦੇ ਨਾਲ ਕੰਮ ਕਰ ਰਹੇ ਹਾਂ। ਤੇ ਇੱਦਾਂ ਤੁਹਾਡੀ ਫੀਲਡ ਚੇਂਜ ਵੀ ਹੋ ਸਕਦੀ ਹੈ, ਤੁਸੀਂ ਡਿਫਰੈਂਟ ਚੀਜ਼ਾਂ ਵੀ ਟਰਾਈ ਕਰ ਸਕਦੇ ਹੋ। ਤੁਹਾਡੀ ਫੀਲਡ ਨਾਲ ਡਾਇਰੈਕਟਲੀ ਲਿੰਕ ਹੋ ਸਕਦਾ ਤੇ ਕੋਈ ਇਨਡਾਇਰੈਕਟਲੀ ਵੀ ਲਿੰਕ ਹੁੰਦਾ, ਉਹਦੇ ਵਿੱਚ ਵੀ ਟਰਾਈ ਕਰੋ। ਕੋਈ ਪਤਾ ਨਹੀਂ ਤੁਹਾਨੂੰ ਪਸੰਦ ਆ ਜਾਏ। ਜਿੱਦਾਂ ਕਰੰਟਲੀ ਮੈਂ ਲਾਅ 'ਚ ਜਾਣਾ ਸੀ, ਲਾਅ ਇਨਫੋਰਸਮੈਂਟ 'ਚ ਜਾਣਾ ਸੀ, ਹੁਣ ਮੈਂ ਗਰੁੱਪ ਹੋਮ 'ਚ ਕੰਮ ਕਰ ਰਿਹਾ।
ਤੇ ਉਹਦੇ ਕਰਕੇ ਜਿਵੇਂ ਕਿ ਮੈਨੂੰ ਹੁਣ ਚੰਗਾ ਲੱਗ ਰਿਹਾ, ਮੇਰਾ ਪਲਾਨ ਹੈ ਸ਼ਾਇਦ ਮੈਂ ਇੱਥੇ ਹੀ ਰਵਾਂ ਲੌਂਗ ਟਰਮ ਲਈ। ਇੱਕ ਇੱਥੇ ਡਰਾਬੈਕ ਇਹ ਜ਼ਰੂਰ ਦੇਖਿਆ ਗਿਆ ਕਿ ਤੁਸੀਂ ਆਪਣੀ ਫੀਲਡ ਵਿੱਚ ਜੌਬ ਕਰਨੀ ਹੈ ਤਾਂ ਐਕਸਪੀਰੀਅੰਸ ਮੰਗਿਆ ਜਾਂਦਾ। ਯੂ ਆਰ ਅ ਬਿਗਨਰ, ਤਾਂ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਹੈਗਾ। ਸੋ ਗੱਲ ਕਰੀਏ ਰੈਫਰੈਂਸ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਕੰਮ ਕਰਦੀ ਆ? ਰੈਫਰੈਂਸ ਬੜਾ ਕ੍ਰੂਸ਼ਲ ਰੋਲ ਪਲੇ ਕਰਦਾ। ਜਿੱਦਾਂ ਤੁਸੀਂ ਕਿਹਾ ਕਿ ਅਗਰ ਐਕਸਪੀਰੀਅੰਸ ਨਹੀਂ ਹੈਗਾ, ਬੈਸਟ ਥਿੰਗ ਹੈਗੀ ਤੇ ਅਗਰ ਤੁਸੀਂ ਵਲੰਟੀਅਰ ਕਰ ਲਓ, ਆਪਣੇ ਉੱਥੇ ਜਾ ਕੇ ਕੋਈ ਲਿੰਕ ਬਣਾਓ ਲੋਕਾਂ ਨਾਲ, ਹੈਲੋ ਹਾਈ ਕਰੋ, ਤਾਂ ਤੁਹਾਨੂੰ ਕੋਈ ਨਾ ਕੋਈ ਬੰਦਾ ਮਿਲ ਜਾਏਗਾ, ਤੁਹਾਨੂੰ ਉੱਥੇ ਲਿੰਕ ਤੁਹਾਡਾ ਕਨੈਕਸ਼ਨ ਕਰਾ ਦੇਗਾ। ਜੀ ਮੋਸਟਲੀ ਹਾਈਲੀ ਪੇਡ ਜੌਬਸ ਦੀ ਗੱਲ ਕੀਤੀ ਜਾਵੇ ਕੈਨੇਡਾ ਵਿੱਚ ਕਿਹੜੀਆਂ ਓਪਰਚੁਨਿਟੀਜ਼ ਹੈਗੀਆਂ ਨੇ ਇਹਦਾ? ਟਰੱਕਿੰਗ ਟੌਪ 'ਚ ਜਾਂਦੀ ਹੈ ਇਨ ਮਾਈ ਓਪੀਨੀਅਨ, ਟਰੱਕਿੰਗ, ਰੀਅਲ ਸਟੇਟ ਤੇ IT, ਜਿਹੜੇ ਆਪਣੇ ਪਰਸਨਲ ਬਿਜ਼ਨਸ ਹੁੰਦੇ, ਅਗਰ ਅੱਛਾ ਹੋ ਜਾਏ ਬਿਜ਼ਨਸ ਆਈਡੀਆ ਹੋਏ ਤੇ ਉਹ ਉਹਨਾਂ ਦਾ ਅੱਛਾ ਹੈ। ਸੋ ਹਾਊ ਡਿਫਿਕਲਟ ਇਟ ਇਜ਼ ਟੂ ਗ੍ਰੈਬ ਅ ਜੌਬ ਇਨ ਕੈਨੇਡਾ? ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਦੱਸਾਂਗਾ। ਆਫਟਰ ਗ੍ਰੈਜੂਏਟਿੰਗ ਟੂ ਮੈਨੂੰ ਥੋੜ੍ਹਾ ਟਾਈਮ ਲੱਗਿਆ ਸੀ, ਤੇ ਡਿਪੈਂਡ ਕਰਦਾ, ਕਈ ਲੱਕ 'ਤੇ ਵੀ ਡਿਪੈਂਡ ਕਰਦਾ, ਕਈਆਂ ਦੇ ਰਾਈਡ ਵੀ ਹੋ ਜਾਂਦਾ, ਕਈਆਂ ਦਾ ਦੇਰ ਲੱਗਦਾ। ਮੈਨੂੰ 5-6 ਮਹੀਨੇ ਵੇਟ ਕਰਨਾ ਪਿਆ ਸੀ। So have you ever faced any kind of exploitation from your employers any time? So far I got lucky, no. I didn't get it. ਤੁਸੀਂ ਸਟੱਡੀ ਪਰਮਿਟ ਤੇ ਆਏ ਹੋ? ਹਾਂਜੀ, ਮੈਂ ਸਟੱਡੀ ਪਰਮਿਟ ਤੇ ਆਈ ਹਾਂ। ਆ ਕੇ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਰਹਿਣ ਲਈ ਜਗ੍ਹਾ ਲੱਭਣੀ ਤੇ ਸਾਰਾ ਕੁਝ ਦੇਖਣਾ। ਸੋ ਰਹਿਣ ਨੂੰ ਵਧੀਆ ਜਗ੍ਹਾ ਮਿਲ ਗਈ ਹੈ ਤੁਹਾਨੂੰ ਇਸ ਟਾਈਮ? ਹਾਂਜੀ, ਜਗ੍ਹਾ ਤਾਂ ਮਿਲ ਗਈ ਆ, ਬਟ ਜਿੱਦਾਂ ਕਾਫੀ ਸਟਰਗਲ ਕਰਨਾ ਪੈਂਦਾ ਇੱਥੇ। ਜਿੱਦਾਂ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਪਾਰਟ ਟਾਈਮ ਕੰਮ ਮਿਲ ਜੇ, ਬਟ ਮੈਨੂੰ ਹਾਲੇ ਤੱਕ ਕੋਈ ਵੀ ਓਪਰਚੁਨਿਟੀ ਨਹੀਂ ਮਿਲੀ। ਕਾਫੀ ਅਪਲਾਈ ਕਰੇ ਹੋਏ ਬਟ ਕੋਈ ਰਿਸਪੌਂਸ ਨਹੀਂ ਮਿਲਦਾ। ਤੇ ਏਜੰਸੀਜ਼ ਵਗੈਰਾ ਨਾਲ ਤੁਸੀਂ ਗੱਲ ਕੀਤੀ, ਜਿਵੇਂ ਏਜੰਸੀਜ਼ ਹੈਗੀਆਂ ਨੇ? ਏਜੰਸੀ ਨਾਲ ਗੱਲ ਕੀਤੀ ਹੋਈ ਹੈ ਬਟ ਕੋਈ ਹਾਲੇ ਤੱਕ ਕੋਈ ਕੰਮ ਨਹੀਂ ਮਿਲਿਆ। ਤੇ ਉਂਝ ਕਿਵੇਂ ਲੱਗ ਰਿਹਾ ਸਰਵਾਈਵ ਕਰਨਾ, ਕਿੰਨਾ ਕੁ ਸੌਖਾ ਜਾਂ ਕਿੰਨਾ ਕੁ ਔਖਾ ਆ? ਬਹੁਤ ਔਖਾ ਹੈ ਇੱਥੇ ਸਰਵਾਈਵ ਕਰਨਾ। ਮੈਨੂੰ ਤਾਂ ਦਿਲ ਨਹੀਂ ਲੱਗਦਾ ਇੱਥੇ, ਦਿਲ ਕਰਦਾ ਗਲਤੀ ਕਰਦੀ ਹੈ ਇੱਥੇ ਆ ਕੇ ਮੈਂ। ਤੇ ਉਂਝ ਵੈਸੇ ਤੁਹਾਨੂੰ ਕੀ ਲੱਗ ਰਿਹਾ ਕਿੰਨਾ ਕੁ ਸਟਰਗਲ ਆ ਜੌਬ ਨੂੰ ਲੈ ਕੇ ਉਰੇ? ਇੱਥੇ ਸਟਰਗਲ ਹੈਗਾ ਹੈ ਕਾਫੀ ਜੌਬ ਨੂੰ ਲੈ ਕੇ। ਜਿੱਦਾਂ ਕੋਈ ਰੈਫਰੈਂਸ ਆ ਉਹ ਚੱਲ ਜਾਂਦੀ ਆ, ਕਿਸੇ ਦਾ ਰੈਜ਼ੂਮੇ, ਕੋਈ ਕਾਲ ਵਗੈਰਾ ਕੋਈ ਮੈਟਰ ਨਹੀਂ ਕਰਦਾ ਇੱਥੇ, ਜਸਟ ਰੈਫਰੈਂਸ ਹੀ ਮੈਟਰ ਕਰਦੀ ਆ। ਤੇ ਜਿਵੇਂ ਅੱਜ ਕੱਲ੍ਹ ਫੇਸਬੁੱਕ ਤੇ ਵੀ ਅਸੀਂ ਦੇਖਦੇ ਹਾਂ ਮਾਰਕੀਟ ਪਲੇਸ ਦੇ ਵਿੱਚ ਜੌਬ ਓਪਰਚੁਨਿਟੀਜ਼ ਉੱਥੇ ਹੁੰਦੀਆਂ ਨੇ, ਮਾਰਕੀਟ ਪਲੇਸ ਤੇ ਜੌਬ ਹੈ ਨਾ, ਤਾਂ ਅਸੀਂ ਉੱਥੇ ਟਰਾਈ ਕੀਤਾ ਕੁਛ? ਨਹੀਂ, ਮੈਂ ਹਾਲੇ ਟਰਾਈ ਨਹੀਂ ਕਰਿਆ। ਮੈਂ ਅਪਲੋਡ ਕਰੇ ਹੋਏ ਰੈਜ਼ੂਮੇ, ਜੇ ਕੋਈ ਕਾਲ ਆ ਜਾਏ ਤਾਂ ਠੀਕ ਆ, ਨਹੀਂ ਤਾਂ। ਵੈਸੇ ਤੁਹਾਨੂੰ ਈਜ਼ੀ ਰਹੂਗਾ ਨਾਲ ਸਟੱਡੀ ਕਰਨਾ, ਨਾਲ ਜੌਬ ਕਰਨਾ ਔਖਾ ਨਹੀਂ ਲੱਗੂ? ਔਖਾ ਹੈ ਬਟ ਹੁਣ ਸਟਰਗਲ ਲਾਈਫ ਆ ਇੱਥੇ, ਸਟੂਡੈਂਟਸ ਦੀ ਸਟਰਗਲ ਹੀ ਕਰਨਾ ਹੈ। ਪਹਿਲੀ ਠੰਡ ਐ, ਸੋ ਕਿਵੇਂ ਦੀ ਲੱਗ ਰਹੀ ਹੈ ਹੁਣ? ਅੱਜ ਤਾਂ ਵੈਦਰ ਵੀ ਬਹੁਤ ਠੰਡਾ ਆ। ਹਾਂਜੀ ਠੀਕ ਹੈ, ਹੁਣ ਚਲੋ ਹੌਲੀ ਹੌਲੀ ਮੈਨੇਜ ਕਰਾਂਗੇ। ਸਨੋ ਨੂੰ ਲੈ ਕੇ ਥੋੜਾ ਜਿਹਾ ਹੈ ਰਿਹਾ ਫੋਰੀਆ ਫੀਲਿੰਗ ਹੈ, ਫਸਟ ਸਨੋ ਮੈਂ ਇੱਥੇ ਵੇਖੂੰਗੀ ਤੇ ਹਾਂ ਥੋੜੀ ਐਕਸਾਈਟਮੈਂਟ ਜੀ ਵੀ ਹੈਗੀ ਹੈ ਪਹਿਲਾਂ ਬਾਅਦ ਵਿੱਚ ਭਾਵੇਂ ਠੰਡ ਹੀ ਲੱਗੇ। ਸੋ ਦੋਸਤੋ, ਇਸੀ ਪ੍ਰੋਗਰਾਮ ਲਾਈਫ ਇਨ ਕੈਨੇਡਾ ਦਾ ਜੌਬ ਸਪੈਸ਼ਲ ਐਪੀਸੋਡ ਤੁਹਾਨੂੰ ਕਿਸ ਤਰੀਕੇ ਦਾ ਲੱਗਿਆ ਸਾਨੂੰ ਦੱਸਿਓ ਜ਼ਰੂਰ। ਪ੍ਰੋਗਰਾਮ 'ਚ ਤੁਸੀਂ ਹੋਰ ਕੀ ਦੇਖਣਾ ਚਾਹੁੰਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਕਰਿਓ। ਸੋ ਪ੍ਰੋਗਰਾਮ ਪਸੰਦ ਆਉਂਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਇਸ ਦੇ ਨਾਲ ਹੀ ਫਿਲਹਾਲ ਕੈਮਰਾਮੈਨ ਮਨਦੀਪ ਪੂਨੀਆ ਤੇ ਰੀਤਨ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਦਿਓ ਇਜਾਜ਼ਤ। ਠੰਡ ਵੀ ਬਹੁਤ ਹੋ ਗਈ ਹੈ, ਫਿਰ ਨੈਕਸਟ ਟਾਈਮ ਫਿਰ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।